16 ਕੋਰਸ ਹੋ ਗਏ। ਅਸੀਂ ਪਹਿਲੀ ਵਾਰ ਇਹ ਵਿਸ਼ਾ ਇੰਟਰੋਡਿਊਸ ਕਰ ਰਹੇ ਹਾਂ, ਦ ਕੰਸੈਪਟ ਆਫ ਐਜੂਕੇਸ਼ਨ ਇਨ ਗੁਰੂ ਗ੍ਰੰਥ ਸਾਹਿਬ। ਪੜ੍ਹਾਈ ਦਾ ਆਈਡੀਓਲੋਜੀ ਦਾ ਕਹਿ ਲਓ, ਪੜ੍ਹਾਈ ਦਾ ਕਹਿ ਲਓ, ਗਿਆਨ ਦਾ ਕਹਿ ਲਓ, ਰੋਸ਼ਨੀ ਦਾ ਕਹਿ ਲਓ, ਉਸ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਦਿੱਤਾ ਗਿਆ। ਅਸੀਂ ਵਾਰ-ਵਾਰ ਜਦੋਂ ਕੋਰਸ ਸ਼ੁਰੂ ਹੁੰਦਾ ਉਦੋਂ ਵੀ ਔਰ ਵਿੱਚ ਵੀ ਜਿਹੜੇ ਸਾਡੇ ਵਿਸ਼ੇ ਨੇ ਉਹਨਾਂ ਵਿਸ਼ਿਆਂ ਦੇ ਵਿੱਚ ਅਸੀਂ ਵਾਰ-ਵਾਰ ਇਹ ਗੱਲ ਇੱਥੇ ਆਪ ਜੀ ਨਾਲ ਕਰਦੇ ਹਾਂ ਕਿ ਅੱਜ ਜਦੋਂ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਜਾਂ ਇਹ ਵਾਰਦਾਤ ਹੀ ਜਿਹੜੀ ਇਤਨੀ ਵੱਡੀ ਵਾਰਦਾਤ ਹੋ ਗਈ ਕਿ ਜਦੋਂ ਅਸੀਂ ਇਹ ਸਾਰਾ ਮਾਹੌਲ ਔਰ ਅੱਜ ਦਾ ਸੁਸਾਇਟੀ ਔਰ ਪਰਿਵਾਰਾਂ ਦੇ ਵਿੱਚ ਜਦੋਂ ਲੋਕ ਸਾਨੂੰ ਮਿਲਦੇ ਨੇ ਸਾਨੂੰ ਗੱਲਾਂ ਪਤਾ ਲੱਗਦੀਆਂ ਨੇ ਤਾਂ ਸਾਡੇ ਬੱਚੇ, ਸਾਡੇ ਨੌਜਵਾਨ ਜਿਹੜੇ ਨੇ ਉਹ ਆਪਣੇ ਇਸ਼ਟ ਤੋਂ, ਆਪਣੇ ਕਲਚਰ ਤੋਂ, ਆਪਣੇ ਧਰਮ ਤੋਂ, ਆਪਣੇ ਬਿਹੇਵੀਅਰ ਤੋਂ, ਆਈਡੀਅਲਿਜ਼ਮ ਤੋਂ ਦੂਰ ਦਿਨ ਬ ਦਿਨ ਜਾ ਰਹੇ ਨੇ। ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈ, ਯੂਨੀਵਰਸਿਟੀਜ਼ ਨੇ ਸਾਡੀਆਂ, ਪੂਰੇ ਕਿਸੇ ਵੀ ਤੁਸੀਂ ਸਕੂਲ ਦਾ ਮਾਹੌਲ ਅਗਰ ਨੇੜਿਓਂ ਦੇਖੋ ਤਾਂ ਬੱਚਿਆਂ ਨੂੰ ਪੈਸੇ ਕਮਾਉਣ ਦੀ ਮਸ਼ੀਨ ਵਜੋਂ ਅਸੀਂ ਵਿਕਸਿਤ ਕਰਦੇ ਦੇਖ ਰਹੇ ਹਾਂ। ਲੇਕਿਨ ਇੱਕ ਚੰਗਾ ਮਨੁੱਖ ਕਿਵੇਂ ਬਣਨਾ, ਵੈਲਿਊ ਸਿਸਟਮ ਜਿਹਨੂੰ ਕਹਿੰਦੇ ਨੇ, ਮੈਨੂੰ ਨਹੀਂ ਲੱਗਦਾ ਉਹ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਕਿੱਥੇ ਹੈ। ਹੋ ਸਕਦਾ ਹੈ ਉਹਨਾਂ ਦੇ ਕਿਸੇ ਪ੍ਰੋਸਪੈਕਟਸ ਦੇ ਵਿੱਚ ਇਹ ਕੋਈ ਉਹਨਾਂ ਨੇ ਲਿਖਿਆ ਹੋਏਗਾ ਜ਼ਰੂਰ, ਲੇਕਿਨ ਐਟ ਗਰਾਊਂਡ ਰਿਐਲਿਟੀ ਸਕੂਲਾਂ ਵਿੱਚ ਔਰ ਕਾਲਜਾਂ ਵਿੱਚ ਬੱਚਿਆਂ ਨੂੰ ਵੈਲਿਊ ਸਿਸਟਮ ਦੀ ਜਿਹੜੀ ਗੱਲ ਹੈ, ਜਿਹੜੀ ਕਦਰਾਂ ਦੀ ਕੀਮਤਾਂ ਦੀ ਗੱਲ ਹੈ, ਉਹ ਅੱਜ ਕਿਸੇ ਵੀ ਸਕੂਲ ਜਾਂ ਕਾਲਜ ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਔਰ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਅੱਜ ਟੈਕਨੋਲੋਜੀ ਬੜੀ ਅੱਗੇ ਚਲੀ ਗਈ ਔਰ ਸਾਡੇ ਬੱਚੇ, ਸਾਡੇ ਨੌਜਵਾਨ ਉਸ ਟੈਕਨੋਲੋਜੀ ਦੀ ਤਰਫ ਭੱਜੇ ਜਾ ਰਹੇ ਨੇ। ਲੇਕਿਨ ਇੱਕ ਜਿਹੜੀ ਆਈਡੀਓਲੋਜੀ ਦੀ ਗੱਲ ਹੈ ਉਸ ਤੋਂ ਕਾਫੀ ਅਸੀਂ ਦੂਰ ਜਾ ਰਹੇ ਹਾਂ। ਜਿਹੜਾ ਬੰਦਾ ਹੈ, ਮੈਨ ਗਾਈਡਡ ਮਿਜ਼ਾਈਲਸ ਬਟ ਮਿਸਗਾਈਡਡ ਮੈਨਕਾਈਂਡ, ਤਾਂ ਉਹ ਜਿਹੜੀ ਗੱਲ ਹੋ ਰਹੀ ਹੈ ਅੱਜ ਸਾਡੇ ਸਮਾਜ ਵਿੱਚ। ਤਾਂ ਅਸੀਂ ਇਹ ਸੋਚਿਆ ਕਿ ਇੱਕ ਲੈਕਚਰ ਸਾਨੂੰ ਦ ਕੰਸੈਪਟ ਆਫ ਐਜੂਕੇਸ਼ਨ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਗੁਰਮਤ ਕਾਲਜ ਵਿੱਚ ਔਰ ਇਹ ਜਦੋਂ ਦਾ ਇਹ ਕੋਰਸ ਸ਼ੁਰੂ ਕੀਤਾ ਹੈ ਤਾਂ ਮੇਰੀ ਤਾਂ ਇਹ ਰਾਏ ਰਹੀ, ਥਰਸਟ ਰਹੀ ਔਰ ਕੋਸ਼ਿਸ਼ ਰਹੀ, ਕਿਉਂਕਿ ਇਹ ਬੱਚੀਆਂ ਦਾ ਕਾਲਜ ਹੈ, ਇੱਥੇ 4000 ਬੱਚੀਆਂ ਐਜੂਕੇਸ਼ਨ ਲੈ ਰਹੀਆਂ ਨੇ ਔਰ ਮੈਂ ਕਿਉਂਕਿ ਇੱਥੇ ਮੈਨੇਜਮੈਂਟ ਵਿੱਚ ਵੀ ਕਾਫੀ ਦੇਰ ਰਿਹਾ, ਤਾਂ ਮੇਰਾ ਮੰਨਣਾ ਸੀ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਹੈ ਇਹ ਮਸਟ ਹੋਣੀ ਚਾਹੀਦੀ ਹੈ ਹਰ ਬੱਚੇ ਨੂੰ। ਖਾਸ ਕਰਕੇ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਬੱਚੀਆਂ ਜਿਹੜੀਆਂ ਨੇ ਸਾਡੇ ਸਮਾਜ ਦੀ, ਸਾਡੇ ਦੇਸ਼ ਦੀਆਂ, ਸਾਡੇ ਪਰਿਵਾਰਾਂ ਦੀਆਂ ਬੱਚੀਆਂ ਜਿਹੜੀਆਂ ਨੇ ਅਕੈਡਮਿਕ ਐਜੂਕੇਸ਼ਨ ਵਿੱਚ ਬਹੁਤ ਹਾਈ ਕਲਾਸ ਜਾਣੀਆਂ ਚਾਹੀਦੀਆਂ ਨੇ। ਲੇਕਿਨ ਫਿਰ ਜਿਹੜੀ ਵੈਲਿਊ ਸਿਸਟਮ ਦੀ ਗੱਲ ਹੈ, ਜਿਹੜੀ ਕਦਰਾਂ ਕੀਮਤਾਂ ਦੀ ਗੱਲ ਹੈ, ਉਹ ਕਦਰਾਂ ਕੀਮਤਾਂ ਦੀ ਗੱਲ ਜਿਹੜੀ ਹੈ ਉਹ ਜਦੋਂ ਅਸੀਂ ਦੇਖ ਰਹੇ ਹਾਂ ਆਪਣੇ ਆਸ-ਪਾਸ, ਉਹ ਦਿਨ ਬ ਦਿਨ ਦੂਰ ਹੁੰਦੀ ਜਾ ਰਹੀ ਹੈ। ਤਾਂ ਉਹ ਅਸੀਂ ਇਹ ਲੈਕਚਰ ਜਿਹੜਾ ਸਾਡਾ ਕੰਸੈਪਟ ਆਫ ਐਜੂਕੇਸ਼ਨ, ਜਿਹੜਾ ਐਜੂਕੇਸ਼ਨ ਦਾ ਸਹੀ ਜਿਹੜੀ ਕਹਿੰਦੇ ਨਾ ਐਸੈਂਸ ਹੈ, ਐਜੂਕੇਸ਼ਨ ਸਿਰਫ ਅਕੈਡਮਿਕ ਐਜੂਕੇਸ਼ਨ ਹੀ ਨਹੀਂ ਹੈ, ਐਜੂਕੇਸ਼ਨ ਵੈਲਿਊਜ਼ ਦੀ ਵੀ ਹੈ, ਕਦਰਾਂ ਕੀਮਤਾਂ ਦੀ ਵੀ ਹੈ। ਉਸ ਦੇ ਉੱਤੇ ਭਾਵਨਾ ਮਲਿਕ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਜੂਕੇਸ਼ਨ ਦੇ ਕੰਸੈਪਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਪਾਸਿੰਗ ਅਵੇ ਆਫ ਦ ਰੇਪ ਵਿਕਟਿਮ, ਜੋ ਇੰਸੀਡੈਂਟ ਸਵੇਰੇ ਤੋਂ ਸਾਡੇ ਸਾਹਮਣੇ ਆਇਆ ਹੈ, ਸਾਡੇ ਸਭ ਦੇ ਸਾਹਮਣੇ ਦੁਬਾਰਾ ਇੱਕ ਵੈਲਿਊ ਸਿਸਟਮ, ਵੈਲਿਊ ਐਜੂਕੇਸ਼ਨ ਦੀ ਗੱਲ, ਇਟ ਇਜ਼ ਅ ਕੁਐਸਚਨ ਮਾਰਕ। ਔਰ ਸਾਡੇ ਸਭੀ ਲੱਗ ਰਿਹਾ ਕਿ ਇੱਕ ਪਰਸਨਲ ਲਾਸ ਹੈ, ਜਿਸ ਤਰ੍ਹਾਂ ਕਿ ਵੀ ਵਰ ਰਿਲੇਟਡ ਟੂ ਦੈਟ ਗਰਲ, ਵੀ ਪ੍ਰੇਇੰਗ ਫॉर ਹਰ, ਔਰ ਉਹਦੇ ਜਾਣ ਨਾਲ ਲੱਗ ਰਿਹਾ ਕਿ ਸਾਡੀ ਆਪਣੀ ਬੋਡੀ ਦਾ ਜਾਂ ਆਪਣੀ ਫੈਮਿਲੀ ਦਾ ਇੱਕ ਅੰਗ ਜਿਹੜਾ ਹੈ ਚਲਾ ਗਿਆ। ਜਿਤਨੇ ਵੀ ਅਸੀਂ ਇਸ ਤਰ੍ਹਾਂ ਦੇ ਸੈਮੀਨਾਰਸ ਕਰ ਰਹੇ ਹਾਂ ਜਾਂ ਸ਼ਾਰਟ ਟਰਮ ਕੋਰਸਿਸ ਅਸੀਂ ਜਿਸ ਵੀ ਰਿਲੀਜਨ ਵਿੱਚ ਕਰ ਰਹੇ ਹਾਂ, ਜੋ ਅਸੀਂ ਵੈਲਿਊ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ, ਉਹ ਅਸੀਂ ਵੈਲਿਊਜ਼ ਹਮੇਸ਼ਾ ਸਾਹਮਣੇ ਵਾਲੇ ਕੋਲੋਂ ਐਕਸਪੈਕਟ ਕਰ ਰਹੇ ਹਾਂ, ਖੁਦ ਉਸੇ ਵੈਲਿਊਜ਼ ਨੂੰ ਨਹੀਂ ਜਾ ਰਹੇ। ਇੰਨੀ ਭੀੜ ਨੇ ਦੇਖਿਆ, ਅਸੀਂ ਸਭ ਕਹਿ ਰਹੇ ਹਾਂ ਗਲਤ ਹੋਇਆ, ਲੇਕਿਨ ਜਿਸ ਟਾਈਮ ਅਸੀਂ ਜਾਂ ਸਾਡੇ ਬੱਚੇ ਬਾਹਰ ਮੂਵ ਕਰਦੇ ਨੇ, ਸਾਡਾ ਵੀ ਇਹ ਹੁੰਦਾ ਕਿ ਤੁਸੀਂ ਰੁਕਣਾ ਨਾ, ਉੱਥੋਂ ਨਿਕਲ ਆਉਣਾ। ਟਿਲ ਅਸੀਂ ਸਿੰਪਥਾਈਜ਼ ਕਰੀ ਜਾ ਰਹੇ ਹਾਂ। ਗੁਰੂ ਸਾਹਿਬ ਨੇ ਸਿੰਪਥਾਈਜ਼ ਕਰਨ ਨੂੰ ਨਹੀਂ ਕਿਹਾ, ਤਰਸ ਨਹੀਂ ਕਿਹਾ, ਹੀ ਸੈਡ ਐਮਪਥਾਈਜ਼। ਉਸ ਪੇਨ ਨੂੰ ਫੀਲ ਕਰੋ।
ਜਦੋਂ ਤੁਸੀਂ ਐਮਪਥਾਈਜ਼ ਕਰੋਗੇ ਓਨਲੀ ਦੈਨ ਯੂ ਵਿਲ ਐਕਟ। ਨਹੀਂ ਤਾਂ ਅਸੀਂ ਜਿੰਨੇ ਮਰਜ਼ੀ ਕੋਰਸਿਸ ਅਟੈਂਡ ਕਰਦੇ ਜਾਈਏ, ਸਾਡੇ ਸਭ ਦੀ ਉਹੀ ਹਾਲਤ ਹੈ, पूछे हैं पथ धरे नहीं पग, प्रीतम के देश कैसे वातन से जाएंगे। ਬਾਬਾ ਬੁੱਲੇ ਸ਼ਾਹ ਦੀ ਪੰਕਤੀ ਤੋਂ ਮੈਂ ਆਪਣੀ ਗੱਲ ਨੂੰ ਐਜੂਕੇਸ਼ਨ ਦੇ ਫਲਸਫੇ ਨੂੰ ਸ਼ੁਰੂ ਕਰਾਂਗੀ। ਪੜ ਪੜ ਆਲਮ ਫਾਜ਼ਲ ਹੋਇਓ, ਪਰ ਆਪਣੇ ਆਪ ਨੂੰ ਪੜ੍ਹਿਆ ਹੀ ਨਾ। ਜਾ ਜਾ ਵੜਦਾ ਮੰਦਰ ਮਸੀਤਾਂ, ਕਦੇ ਮਨ ਆਪਣੇ ਵਿੱਚ ਵੜਿਆ ਨਾ। ਆਪਣੇ ਆਪ ਨੂੰ ਪੜ੍ਹਿਆ ਹੀ ਨਾ। ਸਿਮਿਲਰ ਥਾਟ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦਾ ਹੈ। ਪੜਨਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ। ਨੌਲੇਜ ਆਫ ਦ ਸੈਲਫ, ਆਪਣੇ ਆਪ ਨੂੰ ਜਾਣਨਾ is the first step towards education। एजुकेशन एक ongoing journey है, माँ दी कोख तो लैके कबर दी गोद तक, from womb to tomb तक चलती चली जाएगी। और असी एक चीज़ समझ लीए कि एजुकेशन देनी नहीं है, पहले एजुकेशन असी लैनी है। खुद समझ लीए कि एजुकेशन की है। ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਵੀ ਫਲਸਫੇ ਨੂੰ ਸਮਝਣਾ ਹੈ ਤੇ ਸਾਨੂੰ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਆਉਣਾ ਪਏਗਾ। ਓਨਲੀ ਦੈਨ ਵੀ ਕੈਨ ਰਿਲੇਟ। ਨਹੀਂ ਤਾਂ ਸਾਨੂੰ ਇਹ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈਡੀਅਲਿਜ਼ਮ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਈਕੋਲੋਜੀ, ਫਿਲਾਸਫੀ, ਸੋਸ਼ੀਓਲੋਜੀ। ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਆਈਡੀਅਲਿਜ਼ਮ ਹੈ ਉਹ ਐਪਲਾਈਡ ਆਈਡੀਅਲਿਜ਼ਮ ਹੈ, ਐਪਲਾਈਡ ਸਾਈਕੋਲੋਜੀ ਹੈ, ਜਿਹਨੂੰ ਤੁਸੀਂ ਆਪਣੀ ਲਾਈਫ ਵਿੱਚ ਅਪਲਾਈ ਕਰ ਸਕਦੇ ਹੋ। ਪਹਿਲੇ ਗੁਰੂ ਸਾਹਿਬ ਨੇ ਉਹ ਸਾਰਾ ਕੁਝ ਜੀਆ, ਪ੍ਰੈਕਟੀਕਲ ਤੌਰ 'ਤੇ ਸਾਡੇ ਸਾਹਮਣੇ ਰੱਖਿਆ। ਉਸ ਤੋਂ ਬਾਅਦ ਉਹਨਾਂ ਨੇ ਉਹ ਫਲਸਫਾ ਸਾਡੇ ਸਾਹਮਣੇ ਰੱਖਿਆ। ਸੋ ਅਗਰ ਤੁਸੀਂ ਹੁਣ ਐਮਏ ਦੇ ਫਾਰਮ ਭਰੋਗੇ ਨਾ ਕਦੀ, ਸਾਈਕੋਲੋਜੀ ਦੇ ਵਿੱਚ ਦੇਖਣਾ, ਉਹਦੇ ਵਿੱਚ ਉਹਨਾਂ ਨੇ ਡਿਸਟਿੰਗਵਿਸ਼ ਕੀਤਾ ਹੋਇਆ ਹੈ ਜਨਰਲ ਸਾਈਕੋਲੋਜੀ ਜਾਂ ਐਪਲਾਈਡ ਸਾਈਕੋਲੋਜੀ, ਜਿਹਨੂੰ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਲਾਈਫ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਐਜੂਕੇਸ਼ਨ ਦਾ ਹੈ, ਆਈਡੀਅਲਿਜ਼ਮ ਵੀ ਹੈ ਉਹਦੇ ਵਿੱਚ, ਸੋਸ਼ਲ ਥਾਟ ਹੈ, ਫਿਲਾਸਫੀ ਹੈ ਉਹਦੇ ਵਿੱਚ, ਪੋਲੀਟੀਕਲ ਵੈਲਿਊਜ਼, ਹਰ ਤਰ੍ਹਾਂ ਦੀ ਵੈਲਿਊ ਉਹਨਾਂ ਨੇ ਦਿੱਤੀ ਹੈ। ਪ੍ਰੈਜ਼ੈਂਟ ਸਿਨੈਰੀਓ ਅਗਰ ਅਸੀਂ ਦੇਖ ਕੇ ਚੱਲੀਏ, IIT ਬੈਸਟ ਬ੍ਰੇਨਸ ਹੁੰਦੇ ਨੇ ਕੰਟਰੀ ਦੇ, ਬੈਸਟ ਬ੍ਰੇਨਸ ਹੋ ਰਿਹਾ ਸਾਰੇ ਲੋਕ ਹੀ ਮੰਨਦੇ ਨੇ। ਪਿਛਲੇ ਸਾਲ, ਉਸ ਤੋਂ ਪਿਛਲੇ ਸਾਲ ਵੀ ਦਿਸ ਈਅਰ ਟੂ, 9 ਮਹੀਨਿਆਂ ਦੇ ਵਿੱਚ 9 ਸੁਸਾਈਡਸ ਕੀਤੀਆਂ ਸਟੂਡੈਂਟਸ ਨੇ। ਉਹਨਾਂ ਦੇ ਰੀਜ਼ਨ ਸਨ 95% ਮਾਰਕਸ, 99% ਮਾਰਕ, 100% ਨਹੀਂ ਆਇਆ, ਸੋ ਦੇ ਕਮਿਟਡ ਸੁਸਾਈਡ। ਸਾਡੇ ਸਾਹਮਣੇ ਰੇਪਸ ਦੇ ਇਸ਼ੂਜ਼ ਆ ਰਹੇ ਨੇ, ਸਾਡੇ ਸਾਹਮਣੇ ਸਾਈਬਰ ਕ੍ਰਾਈਮ ਆ ਰਿਹਾ ਹੈ। ਰੈਗਿੰਗ ਦੇ ਵਿੱਚ ਸਟੂਡੈਂਟਸ ਇੰਨੇ ਜ਼ਿਆਦਾ ਇੰਡਲਜ ਹੁੰਦੇ ਨੇ। ਇਸ ਸਾਲ ਸ਼ਾਇਦ ਅਮਨ ਜਾਂ ਆਕਾਸ਼ ਇੱਕ ਸਟੂਡੈਂਟ ਦਾ ਕੇਸ ਸੀ ਜਿਹਦੀ ਹਿਮਾਚਲ ਦੇ ਵਿੱਚ, ਉਹਦੀ ਰੈਗਿੰਗ ਇਸ ਤਰ੍ਹਾਂ ਕੀਤੀ ਗਈ ਦੈਟ ਹੀ ਵਾਜ਼ ਕਿਲਡ, ਹੀ ਡਾਈਡ ਇਨ ਦੈਟ ਇੰਸੀਡੈਂਟ। ਕਈ ਵਾਰ ਰੈਗਿੰਗ ਇੰਨੀ ਬੁਰੀ ਕੀਤੀ ਜਾਂਦੀ ਹੈ ਕਿ ਸਟੂਡੈਂਟ ਖੁਦ ਹੀ ਸੁਸਾਈਡ ਕਰ ਲੈਂਦਾ। ਦੈਨ ਰੋਡ ਰੇਜ ਦੇ ਇੰਸੀਡੈਂਟ ਸਾਡੇ ਸਾਹਮਣੇ ਆ ਰਹੇ ਨੇ। ਜੁਵੇਨਾਈਲ ਕ੍ਰਾਈਮ ਸਭ ਤੋਂ ਜ਼ਿਆਦਾ, ਸਕੂਲ ਗੋਇੰਗ ਸਟੂਡੈਂਟਸ ਜਿਹੜੇ ਨੇ ਉਹ ਕ੍ਰਾਈਮ ਦੇ ਵਿੱਚ ਇੰਡਲਜ ਹੋ ਰਹੇ ਨੇ, ਚੀਟਿੰਗ ਕਰ ਰਹੇ ਨੇ ਸਕੂਲਸ ਦੇ ਵਿੱਚ। ਸਕੂਲ ਦੇ ਵਿੱਚ ਐਲਕੋਹਲ ਹੈ, ਡਰੱਗਸ ਚੱਲ ਰਹੇ ਨੇ। ਸਕੂਲ ਦੇ ਵਿੱਚ ਸ਼ੂਟ ਆਊਟ ਇੰਸੀਡੈਂਟਸ ਗੁੜਗਾਉਂ ਦੇ ਵਿੱਚ ਆਇਆ, ਕਈ ਜਗ੍ਹਾ ਸਾਡੇ ਸਾਹਮਣੇ ਆਇਆ। ਤਾਂ ਸਾਡੇ ਸਾਹਮਣੇ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਕਿਤੇ ਨਾ ਕਿਤੇ ਕੁਝ ਪ੍ਰੋਬਲਮ ਹੈ। ਕਾਲ ਸੈਂਟਰਸ ਦੀ ਅਗਰ ਅਸੀਂ ਜੌਬਸ ਦੇਖਦੇ ਹਾਂ, ਨੋ ਡਾਊਟ ਵੀ ਨੀਡ ਟੂ ਅਰਨ, ਸਾਨੂੰ ਸਭ ਨੂੰ ਆਪਣੀ ਬ੍ਰੈਡ ਬਟਰ 'ਤੇ ਅਸੀਂ ਅਰਨ ਕਰਾਂਗੇ, ਲੇਕਿਨ ਅਸੀਂ ਕਿਸ ਤਰ੍ਹਾਂ ਦੇ ਪ੍ਰੋਫੈਸ਼ਨਸ 'ਤੇ ਜਾ ਰਹੇ ਹਾਂ। ਇੱਕ ਚੀਜ਼ ਸਾਡੇ ਸਾਹਮਣੇ ਅੱਛੀ ਹੈ ਕਿ ਆਫਟਰ 12th ਦੇ ਗੈਟ ਜੌਬਸ ਕਾਲ ਸੈਂਟਰ ਦੇ ਵਿੱਚ, ਔਰ ਉਹਨਾਂ ਨੂੰ 12,000, 10,000, 15, 18 ਇਸ ਤਰ੍ਹਾਂ ਦੀ ਪੇ ਸਕੇਲ ਮਿਲ ਰਹੀ ਹੈ। ਲੇਕਿਨ ਉਹਨਾਂ ਦੇ ਟਾਈਮਿੰਗਸ ਕਿ ਉਹ ਫਰਦਰ ਨਾ ਪੜ੍ਹ ਸਕਦੇ ਨੇ, ਅਤੇ ਵੈਲਿਊ ਸਿਸਟਮ ਅਸੀਂ ਭੁੱਲ ਹੀ ਜਾਈਏ ਕਿ ਕਿੱਥੇ। ਮੇਰੇ ਬਹੁਤ ਸਾਰੇ ਮੀਡੀਆ ਕੋਲੀਗਸ ਆਪਣੇ ਜਿਨ੍ਹਾਂ ਨੇ ਕਾਲ ਸੈਂਟਰਸ ਵਿੱਚ ਕੰਮ ਕਰਕੇ ਆਪਣੀ ਫੀਸ ਇਕੱਠੀ ਕੀਤੀ ਤਾਂ ਕਿ ਉਹ ਜਰਨਲਿਜ਼ਮ ਕਰ ਸਕਣ। ਉਹਦੇ ਵਿੱਚ ਕੋਈ ਬੁਰਾਈ ਨਹੀਂ ਹੈ। ਕਾਲ ਸੈਂਟਰ ਇੱਕ ਸਟੈਪਿੰਗ ਸਟੋਨ ਹੋ ਸਕਦਾ ਹੈ। तो साढ़े सामने एक फलसफा जोड़ा अज दी जनरेशन का आ गया। दे आर वेरी इंटैलीजेंट, नो डाउट, 10 टाइम्स वो अपनी एज तो अहेड हैं, ਉਹਦੇ ਵਿੱਚ कोई भी असी शक नहीं कर सकते। बट दे आर रेस्टलैस, दे आर इनसिक्योर। एंटरटेनमेंट तो ही बोर हुई जनरेशन है, और असी सारे ਉਹਦਾ हिस्सा जो असी सीरीयल्स ਵਿੱਚ देख रहे हैं। दैट इज़ नॉट दी सोसाइटी विच वी वॉन्ट टू क्रिएट। असी उस सोसाइटी का हिस्सा होना भी नहीं चाहते। हुण अगर असी देखिए कि गुरु ग्रंथ साहब दे विच एजुकेशन किस तरह है, तो साडा गुरु ही शब्द है, शब्द ज्ञान है। जोग शब्दम ज्ञान शब्दम। सॉक्रेटिस, प्लेटो, अगर असी एजुकेशन नूं लांगे, एजुकेशन इज़ ज्ञान, नॉलेज। नॉलेज नूं उन्होंने कहा नॉलेज इज़ वर्चू। स्वामी विवेकानंद ने कहा नॉलेज इज़ पावर। तो गुरु साहब ने सानू दसिया ज्ञान ना गली ढूंढिए, कथना करना सार। अगर असी गुरु ग्रंथ साहब तो देखिए तो एक ज्ञान खंड साढ़े सामने जपजी साहब दे विच उन्होंने रखा होया कि असी धर्म खंड,
ਗਿਆਨ ਖੰਡ ਇਹਨੂੰ ਫੋਲੋ ਕਰਦੇ ਹੋਏ, ਇਹਦੇ 'ਚੋਂ ਗੁਜ਼ਰਦੇ ਹੋਏ ਅਸੀਂ ਸੱਚਖੰਡ ਤੱਕ ਜਾ ਸਕਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਪਿਕ ਐਂਡ ਚੂਜ਼ ਨਹੀਂ ਕਰ ਸਕਦੇ ਕਿ ਜਿੱਥੇ ਪੜ੍ਹਿਆ ਵਰਡ ਆ ਗਿਆ, ਜਿੱਥੇ ਵਿਦਿਆ ਵਰਡ ਆ ਗਿਆ, ਉਹੀ ਐਜੂਕੇਸ਼ਨ ਨਾਲ ਸੰਬੰਧਿਤ ਹੈ। पूरा गुरु ग्रंथ साहब ज्ञान दा सोरमा है। देखो भाई ज्ञान की आई आंधी, सबे उड़ानी परम की टाटी, रहे न माया बांधी। माया इज़ कन्फ्यूजन, माया इज़ इनसिक्योरिटी, माया इज़ क्योस, जिहदे विच असी सारे जी रहे हैं। लेकिन असी जो वैल्यू बेस एजुकेशन की गल कर रहे हैं, वैल्यू किस तरह की? वैल्यू अपने आप दे विच बड़ी वास्ट टर्म है, वैल्यू अपने आप दे विच बड़ी जनरल टर्म है। NCERT, UGC एंड वेरियस इवन प्लानिंग कमीशन और वेरियस अदर एजुकेशनल इंस्टीट्यूशंस, वो सारे कही जा रहे हैं वैल्यू बेस्ड एजुकेशन इंट्रोड्यूस करो। लेकिन जिस टाइम डिफरेंट कल्चर के लोग आके इकट्ठे रहन लग पैणगे, एजुकेशन नू सब दे वास्ते यूनीफॉर्मिटी लियानी बहुत मुश्किल है। वैल्यू सिस्टम उहदे चों इंट्रोड्यूस करना जो टीचर्स वास्ते डिफिकल्ट हो रहा है तो साढ़े वास्ते तो होर भी डिफिकल्ट है। लेकिन गुरु ग्रंथ साहब का जो वैल्यू सिस्टम गुरु साहब ने साढ़े सामने रखा, दैट इज़ ग्लोबल, दैट इज़ यूनीवर्सल। हुण असीं ये पूरी जर्नी देखांगे तद सानू समझ आएगा कि स्पिरिचुअल एजुकेशन किस तरह इंपॉर्टेंट है। 1905 दे विच सब तो पहले टर्म यूज़ हुई सी IQ। वी ऑल आर फैमिलियर है नाल। एक मॉडल दिता गया सी जिहदे विच इवैल्यूएट होंदी सी इंटैलीजेंस, बट इट स्टार्टड विद मैंटली रिटार्डेड चिल्ड्रन। टू डे उन्हां नूं ऑब्जर्व किया जाता सी। इसी दे उत्ते फिर स्लोली एंड ग्रैजुअली साडी इंटरव्यूज़ बेस हो गया, साडा प्रोफैशन बेस होंदा चला गया। लेकिन 1983 दे विच तुसीं इन्हां चीज़ां नूं पढ़ सकदे हो, दे आर ऑन नैट एंड इट्स अ पब्लिश वर्क। मैं कोई अपने आप इमेजिनेशन तो कोई भी गल इधर नहीं कर रही। 1983 दे विच एक मॉडल आया मल्टीपल इंटैलीजेंस। उहदे विच उन्हां ने काफ़ी क्वालिटीज़ इंक्लूड कीतियां। दिस वॉज बाय हॉवर्ड गार्डनर। जो क्वालिटीज़ उन्होंने इंक्लूड कीतियां कि इंटैलीजेंस तो इलावा लॉजिक, रीजन, लैंग्वेज, म्यूजिकोलॉजी दैट इज़ क्रिएटिविटी, इंटरपर्सनल एंड इंट्रापर्सनल, अपने आप नाल तुहाडा रिश्ता और फैमिली दे नाल और समाज दे नाल तुहाडा रिश्ता। लिबरलाइजेशन जब हो गई, इकोनॉमी की लिबरलाइजेशन हो गई और डिफरेंट लोग इकट्ठे रहन लग गए, इकोनॉमी खुल गई। एजुकेशन वास्ते इत्थों लोग बाहर गए, स्टूडेंट्स उत्थे दे स्टूडेंट्स इत्थे आए। सो असी कह सकते हैं कि नैशनल इंटरनैशनल लैवल लोकल नूं बिच्चे अवॉइड करके असी नैशनल और इंटरनैशनल लैवल नूं असी डेवलप करते चले गए। अ न्यू मॉडल केम जिहदा नाम सी इमोशनल कोशेंट। दैट वॉज गिवन बाय डैनियल गोलमैन। इहदी बुक पब्लिश्ड है। ही इज़ अ साइकोलॉजिस्ट। इन्हें नोटिस किया कि बहुत ज़्यादा इंटैलीजेंट और इंटलैक्चुअल लोग भी इरैशनल और इलॉजिकल उन्होंने डिसीजनस और इरैशनल बिहेवियर है। देयर वॉज अ स्टूडेंट जिन्हें अब्रॉड दे विच किसी कोर्स विच एडमिशन चाहता सी एंड ही वॉज कॉट चीटिंग। ही वॉज इंटैलीजेंट नो डाउट, लेकिन उन्हें अपनी टीचर नूं स्टैब कर दिता, उहदे गर्दन दे विच ही अटैक्ड। ही वॉज इन जेल, ही केम आउट, उन्हें एजुकेशन अपनी पूरी की। तो दे सैड कि सिर्फ इंटैलीजेंस अपने आप विच सफिशेंट नहीं है, इमोशनली स्ट्रोंग कि तुसी अपनी फैमिली दे विच किस तरह रह रहे हो, तुसी समाज दे विच किस तरह रह रहे हो। बिकॉज यू आर गोइंग टू वर्क एज अ सबॉर्डिनेट, जिथे कि तुसी टीम का हिस्सा हो जाओगे एंड यू आर गोइंग टू वर्क एज अ लीडर, एज अ बॉस, तो तुसी अपनी टीम दे नाल किस तरह चलोगे। ਇਹਦੇ ਵਿੱਚ ਜਿਹੜੀ ਚੀਜ਼ਾਂ ਉਹਨਾਂ ਨੇ ਇਨਕਲੂਡ ਕੀਤੀਆਂ, दैट वाज सेल्फ कंट्रोल, मोटिवेशन, टीम वर्क, how as a boss, how as a subordinate, knowing your emotion and managing your emotion। ਇੱਥੇ ਤੱਕ ਆਉਣ ਤੋਂ ਬਾਅਦ ਸਾਡੀ ਇੰਟਰਵਿਊਜ਼ ਜਿਹੜਾ ਅਸੀਂ ਪ੍ਰੋਫੈਸ਼ਨ ਅੱਜ ਜਾ ਰਹੇ ਹਾਂ, ਸਾਨੂੰ ਲੱਗਦਾ ਹੈ ਕਿ ਮਾਰਕਸ ਡਿਸਾਈਡ ਕਰ ਰਹੇ, ਲੇਕਿਨ ਸਾਡੇ ਮਾਰਕਸ ਨਹੀਂ ਡਿਸਾਈਡ ਕਰ ਰਹੇ। ਓਵਰਆਲ ਜੋ ਸਾਡੀ ਅਵੇਅਰਨੈਸ ਹੈ, ਓਵਰਆਲ ਜੋ ਸਾਡੀ ਨੌਲੇਜ ਹੈ, ਉਹ ਡਿਸਾਈਡ ਕਰ ਰਹੀ ਹੈ कि असी इंसान किस तरह। उन्होंने वो टेस्ट इस तरीके का बनाए हुए कि सानू खुद नहीं पता चलता है और साढ़े मूँह चो सच बाहर आ जाता है कि साड़ा पर्पज़ की है इस जॉब का। थर्ड गेम जो प्रेजेंटली बहुत पॉपुलर है, दैट इज़ स्पिरिचुअल कोशेंट। यह आया 2000 के एरा दे विच कि ये उन्होंने कहा कि इमोशनल दे नाल भी कुछ नहीं होएगा, थोड़ा बिहेवियर अच्छा हो सकता है, तुसी कल्टीवेट भी कर सकते हो, लेकिन तुहाडी इंटैग्रिटी, तुहाडी मोरैलिटी, तुहाडी ऑनैस्टी, ਇਹ सारी चीज़ां जड़ियां ने वो डील वो आंदा जिस टाइम तुसी परमात्मा का एलीमेंट अपनी लाइफ दे विच लैके आ रहे हो। ਇਹਦੇ ਵਿੱਚ ਉਹਨਾਂ ਨੇ लिखा कि जो मॉरली अवेयर होएगा इंसान, स्पिरिचुअली अवेयर होएगा, वो इंसान चेंज का हिस्सा नहीं बन जाता कि चेंज आ गया तो मैं हिस्सा बन रहा।
ਹੀ ਬ੍ਰਿੰਗਸ ਚੇਂਜ। ਉਸ ਸਮਾਜ ਦੇ ਵਿੱਚ ਜੋ ਗੁਰੂ ਨਾਨਕ ਦਾ ਥਾਟ ਸੀ ਕਿ ਚੇਂਜ ਲੈ ਕੇ ਆਉਣਾ ਹੈ, ਮਾਨਸਿਕਤਾ ਦੇ ਵਿੱਚ ਚੇਂਜ ਲੈ ਕੇ ਆਉਣਾ ਹੈ, ਥਾਟ ਔਰ ਸਾਈਕੇ ਨੂੰ ਚੇਂਜ ਕਰਨਾ ਹੈ, ਸਪਿਰਿਚੁਅਲੀ ਅਵੇਕਨਡ ਪਰਸਨ ਜਿਹੜਾ ਹੋਏਗਾ ਉਹ ਇਹ ਕੰਮ ਕਰੇਗਾ। ਇਹਦੇ ਵਿੱਚ ਅਸੀਂ ਐਗਜ਼ਾਮਪਲ ਅਗਰ 3 ਥੰਮ ਸਿੱਖੀ ਦੇ ਦੇਖ ਲਈਏ ਤੇ ਫਿਰ IQ, EQ, SQ ਦੇ ਵਿੱਚ ਹੀ ਜੀ ਕਿਰਤ ਕਰੋ, ਨਾਮ ਜਪੋ ਔਰ ਵੰਡ ਛਕੋ, ਤਿੰਨੋਂ ਚੀਜ਼ਾਂ ਨੇ। ਮੈਂ ਐਗਜ਼ਾਮਪਲ ਦੇਣੀ ਆ, ਵੀ ਆਫਨ ਡਿਸਕਸ, ਸਾਡੇ 'ਚੋਂ ਵੀ ਬਹੁਤ ਲੋਕ ਹੋਣਗੇ ਐਂਡ ਆਊਟਸਾਈਡ ਇੰਡੀਆ ਬਹੁਤ ਸਾਰੇ ਲੋਕ ਹਨ, ਦੇ ਸੇ ਵੀ ਡੋਂਟ ਬਿਲੀਵ ਇਨ ਗੋਡ, ਲੇਕਿਨ ਅਸੀਂ ਮੋਰਲੀ ਕਰੈਕਟ। ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਕਨਸੈਪਟ ਬਹੁਤ ਜ਼ਿਆਦਾ ਹੈ। ਉੱਥੇ ਲਾਅ ਵਾਈਜ਼ ਦੇ ਆਰ ਵੈਰੀ ਸਟਰੋਂਗ, ਮੋਰਲੀ ਦੇ ਆਰ ਵੈਰੀ ਸਟਰੋਂਗ। ਆਲ ਦੀਸ ਪੀਪਲ ਆਪਣਾ ਟੈਕਸ ਵੀ ਭਰਨਗੇ, ਝੂਠ ਵੀ ਨਹੀਂ ਹੋਏਗਾ, ਰਾਈਟ ਟਾਈਮ 'ਤੇ ਦੇ ਡੂ ਦੇਅਰ ਵਰਕ। ਸਟਿਲ ਹਾਈਐਸਟ ਡਿਵੋਰਸ ਰੇਟ ਉਧਰ ਹੈ, ਔਰ ਸਭ ਤੋਂ ਜ਼ਿਆਦਾ ਸੁਸਾਈਡ ਦਾ ਰੇਟ ਅਸੀਂ ਦੇਖੀਏ ਵੈਸਟਰਨ ਕੰਟਰੀਜ਼ ਦੇ ਵਿੱਚ ਹੈ। ਲੋਨਲੀਨੈਸ, ਬ੍ਰੋਕਨ ਹੋਮਸ ਐਂਡ ਬ੍ਰੋਕਨ ਫੈਮਲੀਜ਼। ਸਟੀਵ ਜੌਬਸ ਜੋ ਸਾਡੇ ਸਾਹਮਣੇ ਰੀਸੈਂਟਲੀ ਹੀ ਪਾਸਡ ਅਵੇ ਲਾਸਟ ਈਅਰ, ਹੀ ਵਾਜ਼ ਦ CEO ਆਫ ਐਪਲ। He came to India, और वो 60s और 70s ਦੀ ਗੱਲ ਹੈ। He came here in search of spirituality. He came here in search of a spiritual guru. ਉसी ਤਰ੍ਹਾਂ ਅਸੀਂ ਬੀਟਲਸ ਜਿਹੜਾ ਮਿਊਜ਼ੀਕਲ ਗਰੁੱਪ ਹੈ, ਉਹ ਵੀ ਲੋਕ 60s और 70s ਵਿੱਚ ਆਏ। ਦੈਨ ਰਾਮਾਕ੍ਰਿਸ਼ਨਾ ਮੂਵਮੈਂਟ, ਦੈਨ ਇਸਕॉन। ਇਹਦੇ ਵਿੱਚ ਅਸੀਂ ਦੇਖਦੇ ਸਾਰੇ ਵੈਸਟਰਨਰਸ ਦੇ ਆਰ ਚੈਂਟਿੰਗ। ਮੈਂ ਕਿਸੇ ਦੇ ਥਾਟ ਨੂੰ ਜਾਂ ਕਿਸੇ ਦੇ ਫੇਥ ਨੂੰ ਕੁਐਸਚਨ ਨਹੀਂ ਕਰ ਰਹੀ ਹਾਂ, ਲੇਕਿਨ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਐਜੂਕੇਸ਼ਨਲ ਫਲਸਫਾ ਸਮਝਣਾ ਤੇ ਸਾਨੂੰ ਇਹ ਸਾਰੀ ਬੈਕਗਰਾਊਂਡ ਨੂੰ ਆਪਣੇ ਸਾਹਮਣੇ ਰੱਖਣਾ ਪਏਗਾ। ਸੋ ਐਜੂਕੇਸ਼ਨ ਸਾਡੇ ਸਾਹਮਣੇ ਆਈ। स्वामी विवेकानंद said, destiny of the nation is being shaped in our classroom. ਸਾਡਾ ਮੁਲਕ ਜਾਂ ਕਿਸੇ ਵੀ ਮੁਲਕ ਦਾ ਇਤਿਹਾਸ ਜਿਹੜਾ ਕਲਾਸਰੂਮਸ ਦੇ ਵਿੱਚ ਸ਼ੇਪ ਹੋ ਰਿਹਾ ਹੈ। ਦੈਨ ਅਸੀਂ ਮਾਈਂਡ ਦੀ ਡਿਵੈਲਪਮੈਂਟ ਦੇ ਉੱਤੇ ਬਹੁਤ ਕੰਮ ਕੀਤਾ, ਫਿਜ਼ੀਕਲ ਡਿਵੈਲਪਮੈਂਟ ਦੇ ਉੱਤੇ ਵੀ ਬਹੁਤ ਅਸੀਂ ਕੰਮ ਕਰ ਰਹੇ ਹਾਂ, ਬਟ ਜਿਹੜਾ ਸਾਡਾ ਸਪਿਰਿਟ ਦੀ ਡਿਵੈਲਪਮੈਂਟ ਹੈ, ਕੌਨਸ਼ੀਅਸਨੈਸ ਜਿਹਦੀ ਇੰਟੈਲੈਕਟ ਗੱਲ ਕਰਕੇ ਗਏ ਸਰ, ਉਹਦੇ ਉੱਤੇ ਨਹੀਂ ਕੰਮ ਕਰ ਰਹੇ। ਐਜੂਕੇਸ਼ਨ ਇਜ਼ ਦੀ ਓਵਰਆਲ ਡਿਵੈਲਪਮੈਂਟ ਆਫ ਦੀ ਇੰਡੀਵਿਜੂਅਲ, ਮੈਂਟਲ, स्पिरिचुअल, फिजिकल, इमोशनल, मॉरल, सारा कुछ एक ट्रायंगल बनती है। कॉग्निटिव एंड कॉग्निटिव। कॉग्निटिव इज लॉजिक, रीजनिंग, तो पूरा गुरु ग्रंथ साहब, पूरी गुरबाणी ज्ञान है। कॉग्निटिव इज जिहदे विच की साडी इमोशनल साइड नू कवर किया जाना है। अगर असी लॉजिक और रीजनिंग अच्छी बैठे रह जाएंगे तो वी कैन नॉट डिवेलप इमोशनली, क्रिएटिविटी, कंस्ट्रक्टिव बिहेवियर जिहड़ा है वो साढ़े नहीं आता। गुरु ग्रंथ साहब की अगर असी बनतर नू देखिए तो गुरु ग्रंथ साहब दे गुरबानी पूरा ज्ञान है, लॉजिक है, लेकिन उन्होंने रागां दे विच गुरु साहब ने अंकित किया है, पूरी पोइट्री है, और उन्होंने गायन शैली दे विच सानू कीर्तन उन्होंने दिते हैं। तो जिस टाइम असी कीर्तन नू गाने या असी कीर्तन नू सुनांगे, वो एक कला, एक इमोशनल साइड जिहड़ी साडे अंदर है वो डिवेलप होएगी, जिथे सरम खंड की गल हुणे सर साडे सामने करके गए। ਇਹਦਾ ਪ੍ਰੈਕਟੀਕਲ ਐਗਜ਼ਾਮਪਲ ਸਾਡੇ ਸਾਹਮਣੇ ਹੁਣੇ ਆਇਆ। 12th ਦੇ ਐਗਜ਼ਾਮ ਤੋਂ ਬਾਅਦ ਜਦੋਂ IIT ਦੀ ਐਡਮਿਸ਼ਨ ਵਾਸਤੇ ਸਟੂਡੈਂਟਸ ਗਏ ਤੇ ਉਹਨਾਂ ਦੀ ਫਸਟ ਇੰਟਰਵਿਊ ਦੇ ਬਾਅਦ देयर इज़ 2-3 मोर इंटरव्यूज़ ਜਿਹਦੇ ਵਿੱਚ ਗਰੁੱਪ ਡਿਸਕਸ਼ਨ ਵੀ ਹੁੰਦੀ ਹੈ। ਉਹਨਾਂ ਨੂੰ ਐਲਕੇਮਿਸਟ ਬੁੱਕ ਦਿੱਤੀ ਗਈ ਪੜ੍ਹਨ ਵਾਸਤੇ। ਹੁਣ ਐਲਕੇਮਿਸਟ ਦੇ ਵਿੱਚ ਸਪਿਰਿਚੁਅਲਿਟੀ ਹੈ, ਔਰ ਬੜੀ ਇੱਕ ਸਿੰਪਲ ਜੀ ਸਟੋਰੀ ਫਾਰਮ ਦੇ ਵਿੱਚ ਫਿਲਾਸਫੀ ਔਰ ਸਪਿਰਿਚੁਅਲਿਟੀ ਇੰਟਰੋਡਿਊਸ ਕੀਤੀ ਗਈ ਹੈ। दे सैड कि 10th to 12th है स्टूडेंट्स मकैनिकल सारा पढ़ते रहते हैं, साइंस, मैथ्स, लॉजिक। इन्हों का ना न्यूज़पेपर वाल ध्यान होता है, जिवें सोशल इशूज़ कोई आएंगे तो इन्हों की इमोशनल साइड ना डिवेलप होती है, एक तरह की डेड रह जाती है। सो वी ऑल बिकम ह्यूमन डूइंग्स रादर दैन ह्यूमन बींग्स। तो वो सानू ह्यूमन बींग बनाने की कोशिश कर रहे हैं, और गुरु साहब का, गुरु ग्रंथ साहब का फलसफा भी ये उत्ते ही बेस्ड है। किसी भी धर्म दे विच असी अगर गुरु ग्रंथ साहब नू देखांगे तो उन्होंने सानू जुक्ति दे दी है कि किस तरह असी करना है। उन्होंने सानू तृप्ति दे दी है, सैटिस्फैक्शन, कंटेंटमेंट, और उन्होंने लास्ट सानू मुक्ति दे दी है कि असी मुक्त किस तरह होना है। किसी भी धर्म दे विच अगर असी गल करांगे तो 4 पुरुषार्थ, 4 ह्यूमन एफर्ट्स प्रेवलेंट होंगे: धर्म, अर्थ, काम एंड मोक्ष। धर्म इत्थे रिलीजन तो नहीं है, धर्म इज डिफरेंट, राइटियसनेस, धर्म इज लव, धर्म इज जस्टिस, धर्म इज दैट यू परफॉर्म योर प्रिस्क्राइब्ड ड्यूटीज़। इन्हां सब डेफिनेशन, इन्हां सब वैल्यूज़ नूं जदों तुसीं देखोगे, धर्म अपने आप दे विच एक बड़ी मोटिवेटिंग वैल्यू है, जिहदे विचों बाकी वैल्यूज़ निकल रही हैं। अर्थ इज इकोनॉमी, असी सब ने पैसा कमाना ही है, मनी नू गुरु साहब ने किते नकारिया नहीं है। एंड काम, काम इज़ नॉट लस्ट, काम कामना तो आया है
कामना इज़ डिज़ायर। अगर साढ़े अंदर डिज़ायर ही नहीं है, असी कभी कोई एक्शन नहीं करांगे, असी कुछ काम नहीं करना चाहांगे। इट इज़ अ डिराइव, इट इज़ अ मोटिवेटिंग फोर्स जिहड़ा सानू परफॉर्म करन दे वास्ते गतिशील बनांदा सानू। लेकिन साडा अर्थ और काम धर्म के उत्ते बेस होना चाहिए। धर्म उन्होंने डिसिप्लिन करेगा कि साड़ी इकोनॉमी कैसी होनी चाहिए और साड़ी कामना कैसी होनी चाहिए, और एंड साडा जिहड़ा है वो लिबरेशन है। पूरा एजुकेशनल थॉट कोई सीरीयस थॉट नहीं उन्होंने बनाया कि असी एक रिक्लूज होकर बैठ जाइए या असी जिंदगी जीनी नहीं। गुरु साहब ने सानू क्या, हसंदियाँ खिलंदियाँ पहनंदियाँ खवंदियाँ विचे होवे मुकत। वी हैव टू इंजॉय आवर लाइफ, लेकिन एक बैलेंस और एक डिसिप्लिन दे विच असी जियांगे। एजुकेशनल फिलोसफी जिहड़ी 4-5 थॉट्स गुरु ग्रंथ साहब दे विच आए। एजुकेशन वॉज फॉर सोशल चेंज। गुरु साहब सोशल चेंज नूं लियाना चाह रहे सन। स्पिरिचुअल अवेकनिंग जो साडी अंदर दी जिन्हों असी सुरत कह रहे हैं वो दब चुकी सी। रीजनरेशन ऑफ मैन, एक नवा इंसान गुरु साहब, नवा किरदार, नवा कैरेक्टर समाज के सामने। रिसरक्शन ऑफ ह्यूमन वैल्यूज़, इत्थे किते भी सिख वर्ड नहीं यूज़ होया, दिस इज़ फॉर ह्यूमन बींग। पूरी ह्यूमैनिटी की गल गुरु साहब ने की। एंड दैन रेस्टोरेशन ऑफ सैल्फ कॉन्शियसनैस। जिहड़ा सोशल चेंज गुरु साहब लियाना चाह रहे सन उहदे सी सैल्फ रिस्पैक्टिंग एंड सैल्फ रिलायंट। किरत करनी है, लोगों के उत्ते असी डिपेंड नहीं करना। इन्हां चीज़ों के विचों 3 एजुकेशन निकलियां। एजुकेशन नूं असी ज्ञान भी कहांगे, एजुकेशन नूं असी नॉलेज भी कहांगे। एजुकेशन ऑफ द हैड, एजुकेशन ऑफ द हार्ट एंड एजुकेशन ऑफ द हैंड। साड़ी मानसिकता, साड़ा दिल, साड़ी सूरत और साढ़े एक्शन। 3 पिलर्स ऑफ सिखिज़म जिहड़ा है, किरत करो, नाम जपो, वंड छको, बिल्कुल इन्हां दे विचों सिस्टमैटिकली साढ़े सामने फ्लो आउट करेगा। हैड एंड हार्ट जिहदी हुणे गल सर ने भी अपने पिछले लेक्चर दी कीती, तिथे घड़िए सुरत मत मन बुद्ध। माइंड और मन नूं गुरु ग्रंथ साहब दे विच बहुत जगह दे विच सिमिलर लिता गया। असी इहनूं कह रहे हैं कि यह डिस्टिंग्विश है, लेकिन बहुत जगह दे उत्ते जिहड़ा माइंड है और मन नूं इकट्ठा लैके चले हाँ। तो असी हैड और हार्ट दोनों है एजुकेशन की जिहड़ी सिस्टम है इहनूं इकट्ठा लैके चलांगे। बुद्ध इज़ इंटलैक्ट। माइंड जिहड़ा है अपने आप दे विच फीलिंग्स है, इमोशनस है, थॉट्स है, उहदे विच लॉजिक नहीं है जब तक उहदे विच विवेक और बुद्ध नहीं आएगी, इंटलैक्ट नहीं आएगा। और इंटलैक्ट भी कोई इस तरह का आम इंटलैक्ट नहीं। अज जो असी कर रहे हैं, जो असी खोज कर रहे हैं, वो इंटैलीजेंस है, वो साडा इंटलैक्ट डेवलप नहीं होया। रसल ने क्या, इंटलैक्चुअल वर्च्यूज़। गुरु साहब ने भी उहदे उत्ते जोर दिता। उन्होंने एक पंक्ति बोली, मन चंचल बिद नहीं जाने। दूजी तरफ उन्होंने कहा कि ज्ञान का बद्धा मन रहे, गुर बिन ज्ञान ना होए। स्पिरिचुअलिटी नूं किते भी गुरु साहब ने इग्नोर नहीं किया, बिल्कुल साढ़े नाल उन्होंने लैके चले। हुण जदों असी देखांगे कि इंटैलीजेंस तो भरपूर है, स्कूल भी है 90%, 99%, कॉलेजेस दे विच भी वी आर स्कोरिंग, नासा दे विच भी इंडियन साइंटिस्ट बाहर दे साइंटिस्ट नालों ज़्यादा। लेकिन पीयर प्रैशर असी एक भी देखांगे कि कोई इंडिविजुअल के तौर पर तैयार नहीं हो रहा। वी आर पार्ट ऑफ द ग्रुप, असी सारे ग्रुप का हिस्सा बनना चाह रहे हैं। असी एक व्यक्ति, एक किरदार जो गुरु साहब तैयार करना चाह रहे सन, असी वो नहीं। एक ने टैटू बनवाया तो सारिया ने। आई एम नॉट कंडेमिंग और क्रिटिसाइजिंग फैशन, लेकिन मैं दस रही हाँ कि साड़ी मानसिकता, तुसी किसी भी यंगर जनरेशन नाल गल करोगे, थॉट प्रोसैस भी तुहानूं बिल्कुल सेम। हुण अगर ये सड़कों के उत्ते निकल आए, सब की इक्को ही गल है, फांसी दे दो, फांसी दे दो। इमोशन और लॉजिक के विच देयर इज़ अ डिफरेंट। आई रिस्पैक्ट कि वो सारे लोग उत्थे आए, लेकिन गुस्सा एक इंसीडेंट के उत्ते उन्होंने क्यों जा गया। ਇਹ तो डेली हो रहा साढ़े कंट्री के रेप्स भी हो रहे हैं, सीनियर सिटीजनस नाल जो हालत हो रही है, उस टाइम क्यों नहीं यंगर जनरेशन। तो जो उन्होंने अंदर एनर्जी है उन्होंने चैनलाइज करने की जरूरत है। दे मस्ट पुट इट टू राइट यूज़। जो उन्होंने लिता है वो बहुत अच्छा है, इशू बहुत अच्छा है, ठीक है, वो कंटिन्यू। कुछ स्कूलों के टीचर्स ने मैंने दसिया कि बिफोर दे वर स्टार्टिंग देयर क्लासेस तो स्टूडेंट्स ने कहा कि असी वो रेप विक्टिम वास्ते पहले प्रे करना चाहते हैं, असी जंतर मंतर या उत्थे नहीं जावांगे, बट वी वॉन्ट टू प्रे फॉर हर। जिथे हर्ड मैंटैलिटी डेवलप हो गई, हर्ड मैंटैलिटी जानवरों के विच होंदी है, इंसानों के विच कभी भी नहीं हर्ड मैंटैलिटी होएगी। गुरु साहब जानवर दे तैयार करने वास्ते आए नहीं सन, दे ही वांटेड कि अच्छी नस्ल, एक ह्यूमन बीइंग तैयार होए जिहड़ा समाज दे विच चेंज लियाए।
ਕੱਲਾ ਪਹਿਲੇ ਇਨਸਾਨ ਨੂੰ ਖੁਦ ਹੀ ਚੱਲਣਾ ਪਏਗਾ। ਲੀਡਰ ਕਦੀ ਵੀ ਇੱਕ ਗਰੁੱਪ ਦਾ ਹਿੱਸਾ ਨਹੀਂ ਹੁੰਦਾ। ਔਰ ਮਸਕੀਨ ਜੀ ਦੀ ਕਥਾ ਦੇ ਵਿੱਚ ਮੈਂ ਸੁਣਿਆ, ਉਹ ਕਹਿੰਦੇ ਨੇ ਭੀੜ ਹਮੇਸ਼ਾ ਮੂਰਖਾਂ ਦੀ ਹੁੰਦੀ ਹੈ, ਸਿਆਣਾ ਜਿਹੜਾ ਹੁੰਦਾ ਉਹ ਹਮੇਸ਼ਾ ਕੱਲਾ ਚੱਲਦਾ। ਸੁਰਤ ਦੀ ਗੱਲ ਜਿੱਥੇ ਅਸੀਂ ਕਰ ਰਹੇ ਹਾਂ, ਸੁਰਤ ਇਜ਼ ਕੌਨਸ਼ੀਅਸਨੈਸ। ਉਹ ਸਾਡੀ ਅਵੇਅਰਨੈਸ ਹੈ ਡੇ ਟੂ ਡੇ। ਉਹ ਅਵੇਅਰਨੈਸ ਹੈ ਕਿ ਵਾਈਸਿਸ ਔਰ ਮੇਰੀ ਵਰਚੂਸ ਕੀ ਹੈ। ਗੁਰੂ ਸਾਹਿਬ ਨੇ ਇੱਕ ਪੰਕਤੀ ਦਿੱਤੀ ਹੈ, ਮੁਈ ਸੁਰਤ ਬਾਦ ਹੰਕਾਰ, ਕਿ ਜਿੱਥੇ ਇਹ ਚੀਜ਼ ਹਾਵੀ ਹੋ ਜਾਏਗੀ ਤਾਂ ਡੇ ਟੂ ਡੇ ਸਾਡੀ ਜਿਹੜੀ ਕੌਨਸ਼ੀਅਸਨੈਸ ਹੈ ਉਹ ਵੀ ਖਤਮ ਹੁੰਦੀ ਚਲੀ ਜਾਏਗੀ। ਇੱਕ ਬੁੱਕ ਹੈ ਚੇਤਨ ਭਗਤ ਦੀ ਲੇਟੈਸਟ ਜਿਹੜੀ ਉਹਨੇ ਲਿਖੀ ਹੈ, ਵਾਟ ਯੰਗ ਇੰਡੀਆ ਵਾਂਟਸ। ਹੀ ਹੈਜ਼ ਰਿਟਨ ਕਿ ਅਸੀਂ ਲੋਕ ਕੁਐਸਚਨਿੰਗ ਮਾइंड डेवलप नहीं कर रहे। वी डोंट अलाउ यंगर जनरेशन कि वो क्वेश्चन पूछे या वो अपनी ओपीनियन दे। क्वेश्चन पूछना और आर्ग्यू करने 'ਚ बहुत फ़र्क है। क्वेश्चन ਜਿਹੜਾ ਅਸੀਂ ਪੁੱਛ ਰਹੇ ਹਾਂ ਜਾਂ ਆਪਣੀ ਓਪੀਨੀਅਨ ਦੇ ਰਹੇ ਹਾਂ, ਕਿਤੇ ਕੁਛ ਕੰਸਟਰਕਟਿਵ ਉਹਦੇ 'ਚੋਂ ਕੁਛ ਪ੍ਰੋਡਕਟਿਵ ਆਉਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਇਨਕਿਊਜ਼ਿਟਿਵਨੈਸ ਨੂੰ ਐਨਕਰੇਜ ਕੀਤਾ, ਖੋਜੀ ਉਪਜੇ ਬਾਦੀ ਬਿਨਸੇ। ਹੀ ਸੈਡ ਕਿ ਆਰਗੂਮੈਂਟ ਕਰਨ ਨਾਲ ਕੁਛ ਨਹੀਂ ਹੋਏਗਾ, ਕਿ ਜਿਹੜਾ ਇਨਸਾਨ ਖੋਜੀ, ਪਹਿਲੇ ਤੇ ਖੋਜ ਦਿਲ ਹਰ ਰੋਜ਼, ਇੰਟਰੋਸਪੈਕਸ਼ਨ ਡੇਲੀ ਕਰਨੀ ਹੈ। ਅਸੀਂ ਇੰਟਰੋਸਪੈਕਸ਼ਨ ਵੀ ਦੂਜਿਆਂ ਵਾਸਤੇ ਰੱਖੀ ਹੋਈ ਹੈ ਕਿ ਉਹ ਇੰਟਰੋਸਪੈਕਟ ਕਰਨ, ਨਹੀਂ ਤਾਂ ਅਸੀਂ ਉਹਨਾਂ ਨੂੰ ਮਦਦ ਕਰਨ ਵਾਸਤੇ ਪਹੁੰਚ ਜਾਂਦੇ ਹਾਂ ਕਿ ਤੁਸੀਂ ਇਹ ਚੀਜ਼ ਵਿਚਾਰ ਨਹੀਂ ਕੀਤਾ। ਗੁਰੂ ਸਾਹਿਬ ਨੇ ਸਾਡੇ ਸਾਹਮਣੇ ਲੌਜਿਕ, ਰੀਜ਼ਨ, ਲੌਜਿਕ ਦੀ ਗੱਲ ਉਹਨਾਂ ਨੇ ਕੀਤੀ ਹੈ, ਬਟ ਹੀ ਸੈਡ ਆਰਗਿਊ ਕਰਨ ਦੇ ਨਾਲ ਕੁਛ ਨਹੀਂ ਹੈ। ਨੌਲੇਜ ਆਫ ਦੀ ਹੈਂਡ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਗੁਰੂ ਸਾਹਿਬ ਨੇ ਕਿ ਕਿਰਤ ਕਰਨੀ ਹੈ ਲੇਕਿਨ ਓਨੈਸਟੀ ਦੀ ਕਰਨੀ ਹੈ। ਤੁਸੀਂ ਗਾਲ ਕਰੇ ਕੁਛ ਹੱਥੋਂ ਦੇ, ਜੋ ਤੁਹਾਡੀ ਓਨੈਸਟੀ ਦੇ ਨਾਲ ਤੁਹਾਡੀ ਇਨਕਮ ਹੈ ਉਹ ਤੁਸੀਂ ਸ਼ੇਅਰ ਕਰਨੀ ਹੈ। ਜੋ ਤੁਸੀਂ ਬੇਈਮਾਨੀ ਨਾਲ ਇਕੱਠਾ ਕੀਤਾ ਹੋਇਆ ਉਹ ਨਹੀਂ। ਮਾइंड ਔਰ हैंड ਜਿਹੜਾ ਹੈ ਸਾਡੇ ਵਿਚਾਰ, ਮਾਨਸਿਕਤਾ ਔਰ ਸਾਡੇ ਹੱਥ ਦਾ ਜਿਹੜਾ ਤਾਲਮੇਲ ਹੈ, ਉਹ ਭਾਈ ਗੁਰਦਾਸ ਦੀ ਇੱਕ ਵਾਰ ਆਉਂਦੀ ਹੈ, ਆਸਾ ਹੱਥ ਕਿਤਾਬ ਕੱਚ। ਉੱਥੇ ਗੁਰੂ ਕਿਤਾਬ ਇਜ਼ ਨਾਟ ਕਿਸੇ ਧਰਮ ਦੀ ਕਿਤਾਬ, ਕਿਤਾਬ ਸਟੈਂਡਸ ਫॉर ਨੌਲੇਜ, ਜਿਹੜਾ ਗਿਆਨ ਹੈ ਉਹਦੇ ਸਪਿਰਿਚੁਅਲ ਵੀ ਆਏਗਾ, ਉਹਦੇ 'ਚ ਵਰਲਡਲੀ ਵੀ ਆਏਗਾ। ਔਰ ਆਸਾ ਮਤਲਬ ਨੌਲੇਜ ਜਿਹੜੀ ਹੈ ਮੇਰੇ ਐਕਸ਼ਨ ਨੂੰ ਗਾਈਡ ਕਰੇ, ਮੇਰੇ ਹੱਥ ਨੂੰ ਗਾਈਡ ਕਰੇ। ਅਸੀਂ ਲੋਕ ਜੋ ਅੱਜ ਕਿਰਪਾਨਾਂ ਔਰ ਤਲਵਾਰਾਂ ਲੈ ਕੇ ਬਾਹਰ ਨਿਕਲੇ ਹੋਏ ਹਾਂ, ਰੀਜ਼ਨ ਔਰ ਲੌਜਿਕ ਨਹੀਂ ਹੈ, ਉਹਦੇ ਵਿੱਚ ਸਿਰਫ ਇਮੋਸ਼ਨ ਅਸੀਂ ਸ਼ਾਮਿਲ ਕੀਤਾ ਹੋਇਆ। ਦੂਸਰਾ ਜਿਹੜਾ ਕਨਸੈਪਟ, ਹੁਣ ਅਸੀਂ ਕੰਮ ਕਰ ਰਹੇ ਹਾਂ ਵੀ ਅਰਨ, ਜਿਵੇਂ ਐਜੂਕੇਸ਼ਨ ਤੋਂ ਬਾਅਦ ਗੁਰੂ ਉੱਥੇ ਇੱਕ ਪੰਕਤੀ ਆਉਂਦੀ ਹੈ, ਮਾਇਆ ਕਾਰਨ ਵਿਦਿਆ ਵੇਚੇ। ਮੋਸਟਲੀ ਅਸੀਂ ਲੋਕ ਇੰਟਰਪ੍ਰੇਟ ਕਰ ਲੈਂਦੇ ਹਾਂ ਕਿ ਸਾਨੂੰ ਅਸੀਂ ਜਦ ਐਜੂਕੇਸ਼ਨ ਸਪੋਜ਼ ਕਰੋ ਕੋਈ ਟਿਊਸ਼ਨਸ ਲੈ ਰਿਹਾ ਅਤੇ ਉਹ ਪੈਸੇ 'ਤੇ ਲਏਗਾ, ਜਾਂ ਕੋਈ ਇਨਸਾਨ ਡਾਕਟਰ ਹੈ ਅਤੇ ਉਹ ਫੀਸ 'ਤੇ ਲਏਗਾ। ਇੱਥੇ ਪ੍ਰੋਫੈਸ਼ਨਲ ਐਥਿਕਸ ਦੀ ਗੱਲ ਇਸ ਲੈਵਲ ਦੇ ਉੱਤੇ ਗੁਰੂ ਸਾਹਿਬ ਨੇ ਨਹੀਂ ਕੀਤੀ ਹੈ। ਉਹਨਾਂ ਨੇ ਬੋਲਿਆ ਕਿ ਜਿਵੇਂ ਡਾਕਟਰਸ, ਅਸੀਂ ਐਗਜ਼ਾਮਪਲ ਮੈਂ ਦੇ ਰਹੀ ਹਾਂ, ਜਿਵੇਂ ਡਾਕਟਰਸ ਹਨ, ਪੇਸ਼ੈਂਟ ਨੂੰ ਦੇਖਣਾ ਠੀਕ ਹੈ, ਦੇ ਮਸਟ ਚਾਰਜ, ਲੇਕਿਨ ਬਹੁਤ ਸਾਰੇ ਹਸਪੀਟਲ ਦੇ ਵਿੱਚ ਇੱਕ ਨਾਰਮਲ ਡਿਲੀਵਰੀ ਹੋ ਰਹੀ ਹੈ ਲੇਕਿਨ ਉਹ ਉਹਨੂੰ ਸਿਜ਼ੇਰੀਅਨ ਵਿੱਚ ਤਬਦੀਲ ਕਰ ਦੇਣ ਟੂ ਅਰਨ ਮਨੀ। ਦੈਨ ਕਿਡਨੀਜ਼ ਦਾ ਪੂਰਾ ਉਹਨਾਂ ਨੇ ਗੈਂਗ ਹੀ ਬਣਾਇਆ ਹੋਇਆ, ਜੋ ਕਿਡਨੀਜ਼ ਉਹ ਵੇਚ ਰਹੇ ਨੇ। ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ, ਉਹਦੀ ਟ੍ਰਾਂਸਪਲਾਂਟ ਕਰ ਰਹੇ ਨੇ ਟੂ ਜਸਟ ਟੂ ਮਿੰਟ ਮਨੀ। ਰੈਗੂਲਰ ਉਹਨਾਂ ਨੂੰ ਟੈਸਟ ਪ੍ਰਿਸਕ੍ਰਾਈਬ ਕਰੀ ਜਾ ਰਹੇ ਨੇ ਜਿਨ੍ਹਾਂ ਦੀ ਪੇਸ਼ੈਂਟਸ ਨੂੰ ਜ਼ਰੂਰਤ ਨਹੀਂ ਹੈ, ਤਾਂ ਕਿ ਹਸਪੀਟਲ ਦਾ ਬਿੱਲ ਉਹ ਵਧਾ ਸਕਣ। ਇਸ ਚੀਜ਼ 'ਤੇ ਗੁਰੂ ਸਾਹਿਬ ਨੇ ਰੋਕ ਲਗਾਈ ਹੈ ਕਿ ਮਿਸਯੂਜ਼, ਅਸੀਂ ਆਪਣੀ ਨੌਲੇਜ ਦਾ, ਅਸੀਂ ਆਪਣੇ ਗਿਆਨ ਦਾ ਮਿਸਯੂਜ਼ ਨਹੀਂ ਕਰਨਾ ਕਦੀ। ਟੀਚਰਸ ਨੂੰ ਅਗਰ ਅਸੀਂ ਦੇਖੀਏ, ਦੇ ਫੋਰਸ ਦ ਸਟੂਡੈਂਟਸ, ਨਾਟ ਆਲ ਬਟ ਮੋਸਟਲੀ ਉਹਨਾਂ ਦਾ ਰਵੱਈਆ ਇਹ ਹੁੰਦਾ ਕਿ ਸਟੂਡੈਂਟਸ ਉਹਨਾਂ ਕੋਲੋਂ ਜਾ ਕੇ ਟਿਊਸ਼ਨਸ ਲੈਣ। ਔਰ PhD ਦੇ ਸਟੂਡੈਂਟਸ ਮੈਂ ਬਹੁਤ ਸਾਰੇ ਐਸੇ ਦੇਖੇ ਜਿਨ੍ਹਾਂ ਦੀ ਮਿਹਨਤ, ਜਿਨ੍ਹਾਂ ਦੀ ਰਿਸਰਚ ਉਹਨਾਂ ਦੇ ਪ੍ਰੋਫੈਸਰਸ ਨੇ ਆਪਣੇ ਨਾਮ ਤੋਂ ਪਹਿਲੇ ਹੀ ਪਬਲਿਸ਼ ਕਰਾ ਦਿੱਤੀ ਹੈ। ਅਗਰ ਉਹਨਾਂ ਦੀ ਰਿਸਰਚ ਅੱਛੀ ਸੀ ਤਾਂ 40 ਪੇजेस 50 ਪੇजेस ਦਾ ਆਰਟੀਕਲ, ਲੇਕਿਨ ਸਟੂਡੈਂਟ ਨੇ ਡਿਗਰੀ ਲੈਣੀ ਹੁੰਦੀ ਹੈ, ਇਸ ਕਰਕੇ ਸਟੂਡੈਂਟ ਉਹਨਾਂ ਦੇ ਸਾਹਮਣੇ ਕੁਝ ਬੋਲਦਾ ਨਹੀਂ। ਈਵਨ ਮੈਨੇਜਰਸ, ਐਡਮਿਨਿਸਟ੍ਰੇਟਰਸ, ਕੰਪਨੀ ਦਾ ਫਾਇਦਾ ਕਰਾਉਣ ਵਾਸਤੇ ਉਹ ਝੂਠ ਵੀ ਬੋਲ ਰਹੇ ਨੇ ਔਰ ਦੂਸਰਿਆਂ ਨੂੰ ਬੇਵਕੂਫ ਬਣਾ ਰਹੇ ਨੇ। ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ, ਪੜ੍ਹਿਆ ਹੋਵੇ ਗੁਨਹਗਾਰ ਤਾਂ ਓਮੀ ਸਾਧਨਾ ਮਾਰਿਆ। ਪੜ੍ਹਿਆ ਹੋਇਆ ਇਨਸਾਨ ਅਗਰ ਗੁਨਾਹ ਦੀ ਤਰਫ ਜਾ ਰਿਹਾ, ਦੂਜੀ ਤਰਫ ਉਹਨਾਂ ਨੇ ਕਿਹਾ ਐਸੀ ਕਲਾ ਨਾ ਖੇਡੀਏ ਜਿਤ ਦਰਗੇ ਗਿਆ ਹਾਰੀਏ। ਸਾਡਾ ਜਿਹੜਾ ਐਕਸ਼ਨ ਹੈ ਉਹ ਡਿਸਾਈਡ ਐਸਾ ਹੋਣਾ ਚਾਹੀਦਾ ਕਿ ਅਸੀਂ ਇੰਟੈਲੈਕਟ ਦੇ ਤੌਰ ਦੇ ਉੱਤੇ ਪਿਊਰੀਫਾਈ, ਜਿਹੜਾ ਸਪਿਰਿਚੁਅਲ ਐਲੀਮੈਂਟ ਹੈ ਸਾਡਾ, ਉਹ ਜਿਹੜੀ ਸਾਡੀ ਸੁਰਤ ਹੈ ਉਹ ਪੂਰੀ ਅਵੇਅਰ ਹੋਣੀ ਚਾਹੀਦੀ ਹੈ, ਕੌਨਸ਼ੀਅਸ ਹੋਣੀ ਚਾਹੀਦੀ ਜਦ ਅਸੀਂ ਸ਼ਬਦ ਗੁਰੂ ਦੀ ਗੱਲ ਕਰ ਰਹੇ ਹਾਂ। ਹੁਣ ਸਕੂਲਸ ਦੀ ਗੱਲ ਅਸੀਂ ਕਰੀਏ, ਜਦੋਂ ਅਸੀਂ ਕਹਿ ਰਹੇ ਹਾਂ ਕਿ ਸਕੂਲਸ ਐਜੂਕੇਸ਼ਨ ਸਿਸਟਮ ਗਲਤ ਹੈ ਜਾਂ ਸਕੂਲ ਸਾਡੇ ਤੋਂ ਪਹਿਲੇ ਇਸ ਚੀਜ਼ ਨੂੰ ਫੋਲੋ ਕਰ ਰਹੇ ਨੇ। ਸੋਸ਼ਲ ਅਵੇਅਰਨੈਸ ਐਂਡ ਸੋਸ਼ਲ ਅਕਾਊਂਟੇਬਿਲਿਟੀ, ਦੋ ਪ੍ਰੋਜੈਕਟਸ ਐਸੇ ਨੇ ਜਿਹੜੇ ਕੁਝ ਸਕੂਲਾਂ ਨੇ ਲਿੱਤੇ, ਜਿਹਦੇ ਵਿੱਚ DPS ਹੈ, ਉਹਦੇ ਵਿੱਚ ਗੋਇੰਕਾ ਹੈ,
what they are doing is कि पुलिस ਉਹਨਾਂ ਦੇ ਨਾਲ ਇਨਵੋਲਵਡ ਹੈ। ਨਵ ਚੇਤਨਾ ਇੱਕ NGO ਹੈ ਜਿਹੜੀ ਕਿ ਇੱਕ ਲੇਡੀ ਪੁਲਿਸ ਆਫਿਸਰ ਦੀ ਹੈ। ਉਹਨਾਂ ਨੇ ਮੋਰਲ ਪੁਲਿਸਿੰਗ ਇੰਟਰੋਡਿਊਸ ਕੀਤੀ ਹੈ। ਸਕੂਲ ਦੇ ਸਟੂਡੈਂਟਸ ਨੂੰ ਉਹਨਾਂ ਨੇ ਆਪਣੀ ਟੀਮ ਦੇ ਵਿੱਚ ਸ਼ਾਮਿਲ ਕੀਤਾ ਹੈ। ਉਹਨਾਂ ਨੇ ਸਟਾਰਟ ਕੀਤਾ ਸੀ ਸਲਮ ਡਵੈਲਰਸ, ਜਿਹੜੀ ਝੁੱਗੀ ਝੌਂਪੜੀਆਂ ਦੇ ਬੱਚੇ ਨੇ, ਪਹਿਲੇ ਉਹਨਾਂ ਨੇ ਉਹਨਾਂ ਨੂੰ ਲਿੱਤਾ ਸੀ। लेकिन फिर दे थॉट कि जब क्राइम है ना इलीट फैमिलीज़ और एजुकेटेड बच्चे भी करन लग गए तो दे हैव इंक्लूडिड दैम। ਉਹਦੇ ਵਿੱਚ ਅਗਰ ਕਿਤੇ ਗਲਤ ਹੋ ਰਿਹਾ ਹੁੰਦਾ तो दे गो एंड इन्फॉर्म दी पुलिस, या किते लॉलेसनेस है या उन्होंने लगता है कि एक चीज़ गलत हो रही है, दे आर पार्ट ऑफ दैट। तो एनर्जी नू ईवन पुलिस ऑफिसर्स दे फील कि यंगर जनरेशन को बहुत एनर्जी है, लेकिन उन्होंने चैनलाइज करने की ज़रूरत है। 2005 ਦੇ ਵਿੱਚ NCERT और कुछ एजुकेशनल ऑर्गेनाइजेशन ने डिसाइड किया कि टैक्सट बुक्स ਨੂੰ ਹੁਣ ਅਸੀਂ ਚੇਂਜ ਕਰਾਂਗੇ, ਜਿਹਦਾ ਮਕਸਦ ਸੀ ਸਟੂਡੈਂਟਸ ਫਰੋਮ ਯੰਗਰ ਏਜ ਮਸਟ ਬੀ ਮੇਡ ਅਵੇਅਰ ਆਫ ਦੀ ਸੋਸ਼ੀਓ ਕਲਚਰਲ ਰਿਐਲਿਟੀਜ਼। ਧਰਮ ਦੇ ਨਾਮ ਦੇ ਉੱਤੇ ਜਦੋਂ ਵਾਇਲੈਂਸ ਹੋਈ ਔਰ ਜਦੋਂ ਡਿਫਰੈਂਟ ਕਲਚਰ ਦੇ ਲੋਕ ਆ ਕੇ ਰਹਿਣ ਲੱਗ ਗਏ ਤਾਂ ਐਵਰੀਬਡੀ ਵਾਂਟਡ ਕਿ ਉਹ ਦੇਖਣ ਕਿ ਵੈਲਿਊ ਸਿਸਟਮ ਕਿਹੜਾ ਐਸਾ ਹੈ ਜਿਹੜਾ ਹਰ ਸਕ੍ਰਿਪਚਰ ਚੋਂ ਨਿਕਲ ਰਿਹਾ ਲੇਕਿਨ ਯੂਨੀਵਰਸਲ ਹੈ ਔਰ ਕਾਮਨ ਹੈ, ਸਭ ਦਾ ਸਾਂਝਾ ਪ੍ਰੈਕਟਿਸ ਕੀਤਾ ਜਾ ਸਕੇ। गुरु ग्रंथ साहब साढ़े सामने एक परफेक्ट एग्जाम्पल है। ਉਹਦੇ ਵਿੱਚ डिफरेंट कल्चर्स, डिफरेंट लैंग्वेजेस, हर धर्म ਦੇ ਪੀਰ ਪੈਗੰਬਰ ਦੀ ਬਾਣੀ ਨੂੰ, ਹਰ ਧਰਮ ਦੇ ਐਕਸਪੀਰੀਅੰਸ ਨੂੰ ਗੁਰੂ ਸਾਹਿਬ ਨੇ ਉਹਨਾਂ ਦੀ ਬੋਲੀ ਦੇ ਵਿੱਚ ਹੀ ਦਰਜ ਕੀਤਾ ਹੋਇਆ ਹੈ। ਸੋ ਦੈਟ ਇਜ਼ ਅ ਪਰਫੈਕਟ ਐਗਜ਼ਾਮਪਲ। ਦੈਨ ਜਪਜੀ ਸਾਹਿਬ ਅਗਰ ਅਸੀਂ ਲਾਂਗੇ ਔਰ ਸਿੱਧ ਘੋਸ਼, ਇੱਕ ਐਜੂਕੇਸ਼ਨਿਸਟ ਹੋਏ ਨੇ ਐਲਵਿਨ ਟੌਫਲਰ, ਉਹ ਕਹਿੰਦੇ ਨੇ ਕਿ ਇਲਿਟਰੇਟ ਉਹ ਇਨਸਾਨ ਨਹੀਂ ਹੈ ਜਿਹੜਾ ਲਿਖ ਔਰ ਪੜ੍ਹ ਨਹੀਂ ਸਕਦਾ, ਇਲਿਟਰੇਟ ਉਹ ਇਨਸਾਨ ਹੈ ਜਿਹੜਾ ਸਿੱਖਦਾ ਨਹੀਂ, ਭੁੱਲਦਾ ਨਹੀਂ ਔਰ ਦੁਬਾਰਾ ਸਿੱਖਦਾ ਨਹੀਂ। ਲਰਨ, ਅਨਲਰਨ ਐਂਡ ਰੀਲਰਨ। ਅਗਰ ਅਸੀਂ ਸਿੱਧ ਘੋਸ਼ ਨੂੰ ਦੇਖੀਏ ਤਾਂ ਜੋ ਗੁਰੂ ਸਾਹਿਬ ਦਾ ਡਾਇਲੋਗ ਹੋਇਆ ਸੀ ਜੋਗੀਆਂ ਦੇ ਨਾਲ, ਨਾਠਾਂ ਦੇ ਨਾਲ, ਇੱਥੇ ਕਿਸੇ ਥਾਟ ਨੂੰ ਅਸੀਂ ਕ੍ਰਿਟੀਸਾਈਜ਼ ਨਹੀਂ ਕਰ ਰਹੇ ਕਿ ਉਹਨਾਂ ਨੇ ਉਹ ਜੋਗੀ ਕਿਉਂ ਸਨ, ਸੰਨਿਆਸੀ ਕਿਉਂ ਸਨ। they were highly self-realized people, they were intellectuals। ਉਹ ਇਸ ਤਰ੍ਹਾਂ ਨਹੀਂ ਸੀ ਕਿ ਕੋਈ ਆਮ ਇਨਸਾਨ ਸਨ ਜਿਹੜਾ ਗੁਰੂ ਨਾਨਕ ਦੇ ਨਾਲ ਇੰਨੀ ਦੇਰ ਡਾਇਲੋਗ ਕਰ ਸਕੇ, ਉਹ ਕੁਐਸਚਨ ਆਨਸਰ ਦਾ ਸੈਸ਼ਨ ਲੈ ਸਕਣ, ਉਹ ਆਮ ਇਨਸਾਨ ਨਹੀਂ ਹੋ ਸਕਦਾ। ਤੋ they were learned people। ਲੇਕਿਨ ਜਿਸ ਟਾਈਮ ਉਹਨਾਂ ਨੇ ਗੁਰੂ ਨਾਨਕ ਦਾ ਥਾਟ ਸਿੱਖਿਆ, ਲਰਨਿੰਗ ਇਸ ਕਿ ਜਿਹੜਾ ਸਾਡਾ ਕੰਡੀਸ਼ਨ ਮਾਈਂਡ ਹੈ, ਵੀ ਇੱਥੇ ਸਭ ਗੁਰੂ ਗ੍ਰੰਥ ਸਾਹਿਬ ਵਾਸਤੇ ਆਪਣਾ ਮਾਈਂਡ ਕੰਡੀਸ਼ਨ ਕਰਕੇ ਆਏ ਹੋਏ ਹਾਂ ਕਿ ਇਸ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਨਾ ਸਾਨੂੰ ਸੋਚਣਾ ਚਾਹੀਦਾ ਔਰ ਨਾ ਹੀ ਕਿਸੇ ਹੋਰ ਡਾਇਰੈਕਸ਼ਨ ਵਿੱਚ ਜਾਣਾ ਚਾਹੀਦਾ। ਤਾਂ ਦੈਟ ਇਜ਼ ਕੰਡੀਸ਼ਨਿੰਗ। ਉਹਨਾਂ ਦਾ ਮਾਈਂਡ ਕੰਡੀਸ਼ਨ ਸੀ, ਦੈਟ ਵਾਜ਼ ਦੇਅਰ ਲਰਨਿੰਗ। ਲੇਕਿਨ ਉਹਨਾਂ ਨੂੰ ਗੁਰੂ ਨਾਨਕ ਦਾ ਥਾਟ, ਜਾਂ ਅਸੀਂ ਕਹੀਏ ਕਿ ਇੱਕ ਨਵਾਂ ਥਾਟ, ਨਵਾਂ ਵਿਊ ਪੁਆਇੰਟ ਆਪਣੇ ਅੰਦਰ ਲਿਆਉਣ ਵਾਸਤੇ ਅਨਲਰਨ ਕਰਨਾ ਪਿਆ, ਆਪਣਾ ਮਾਈਂਡ ਖਾਲੀ ਕਰਨਾ ਪਿਆ। ਅਗਰ ਮੇਰਾ ਮਾਈਂਡ ਪਹਿਲੇ ਹੀ ਫੁੱਲ ਹੈ, ਓਬਵੀਅਸਲੀ ਮੈਂ ਤੁਹਾਡੀ ਕੋਈ ਵੀ ਗੱਲ ਅੱਛੀ ਵੀ ਆਪਣੇ ਅੰਦਰ ਨਹੀਂ ਲਾਂਗੀ। ਦੈਟ ਇਜ਼ ਅਨਲਰਨ ਐਂਡ ਦੈਨ ਰੀਲਰਨ। ਜਿਸ ਟਾਈਮ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਯੈਸ ਤੁਹਾਡਾ ਥਾਟ ਵੀ ਸਹੀ ਹੈ, ਸਾਡਾ ਥਾਟ ਵੀ ਸਹੀ ਹੈ, ਦੇ ਵਰ ਨਾਟ ਅਰਾਈਵਿੰਗ ਐਟ ਐਨੀ ਡਿਸੀਜਨ, ਉਹ ਕੋਈ ਮੁਕਾਬਲਾ ਨਹੀਂ ਕਰ ਰਹੇ ਸਨ। ਦੈਟ ਇਜ਼ ਰੀਲਰਨ। ਔਰ ਇਹੀ ਸਾਡੇ ਵਾਸਤੇ ਸਭ ਤੋਂ ਅੱਛਾ ਐਗਜ਼ਾਮਪਲ ਹੈ ਕਿ ਸਾਡੀ ਸਥਿਤੀ ਵੀ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਕਿ ਕੰਟੀਨਿਊਏਸ਼ਨ ਦੇ ਵਿੱਚ ਸਾਨੂੰ ਸਿੱਖਣਾ ਚਾਹੀਦਾ ਹੈ। 2005 ਦੇ ਵਿੱਚ ਐਂਡ 2012 ਆਫਟਰ ਦਿਸ ਰੇਪ ਇੰਸੀਡੈਂਟ, टीचर्स ने क्या, NCERT ने क्या, UGC ने क्या कि जेंडर सेंसिटिविटी क्रिएट करनी चाहिए फ्रॉम अ वेरी यंग एज। जेंडर सेंसिटिविटी सिर्फ बॉयज़ नूं करन दी जरूरत नहीं, गर्ल्स दे वास्ते भी उतना ही इंपॉर्टेंट है। इट इज़ नॉट दैट यू मस्ट रिस्पैक्ट अ वूमन, लेकिन अगर वो किते प्रॉब्लम आ गई है, ਤੁਸੀਂ ਉੱਥੇ ਕਈ ਵਾਰ ਦੇਖੋਗੇ ਬॉयज़ ਦੇ ਸਟਾਰਟ ਲਾਫਿੰਗ ਜਾਂ ਚਲੇ ਜਾਣਗੇ ਉਧਰੋਂ। ਦੇ ਮਸਟ ਸਟੈਂਡ, ਅਗਰ ਉਹਨੂੰ ਮਦਦ ਦੀ ਜ਼ਰੂਰਤ ਹੈ ਉੱਥੇ ਉਹ ਖੜੇ ਹੋਣ। तो जेंडर सेंसिटिविटी गुरु साहब ने 500-550 साल पहले रख दी सी। सो क्यों मंदा आखिए जित जम्मे राजान। असी गुरबाणी की वही इंटरप्रिटेशन टाइम एंड अगेन करते चले जा रहे हैं। टर्म्स असी देखिए सोशल अवेयरनैस, सोशल अकाउंटेबिलिटी, लेकिन गुरु ग्रंथ साहब दे विच सारा फलसफा अज तो 500 साल पहले साढ़े सामने रखा। वैल्यू सिस्टम अगर असी देखना, ਅਸੀਂ ਉਹ ਵੈਲਿਊ ਸਿਸਟਮ, ਸਾਨੂੰ ਕੁਐਸਚਨ ਓਬਵੀਅਸਲੀ ਜਦੋਂ ਅਸੀਂ ਕੰਮ ਕਰਾਂਗੇ ਤਾਂ ਸਾਡੇ ਸਾਹਮਣੇ ਸਵਾਲ ਆਉਂਦਾ ਕਿ ਵਾਈ ਗੁਰੂ ਗ੍ਰੰਥ ਸਾਹਿਬ, ਇਹੀ ਵੈਲਿਊ ਸਿਸਟਮ ਕਿਉਂ? ਗੁਰੂ ਗ੍ਰੰਥ ਸਾਹਿਬ ਦਾ ਵੈਲਿਊ ਸਿਸਟਮ ਯੂਨੀਵਰਸਲ ਹੈ, ਗਲੋਬਲ ਹੈ, ਆਈ ਪੰਥੀ ਸਗਲ ਜਮਾਤੀ। ਇਟ ਇਜ਼ ਇੰਡੀਵਿਜੂਅਲ ਐਂਡ ਇਟ ਇਜ਼ ਸੋਸ਼ਲ। ਮੈਂ ਤੁਹਾਨੂੰ ਇੱਥੇ ਦੱਸਾਂ ਕਿ UGC ਐਂਡ NCERT, ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖੋ, 11th ਪਲਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਸੋਸ਼ਲੀ ਰੈਲੇਵੈਂਟ ਥਾਟਸ ਦੇ ਉੱਤੇ टीचर्स काम करन, जिहदे विच नेहरू है, स्वामी विवेकानंद, अंबेडकर, औरबिंदो। वाई नॉट गुरु नानक? गुरु नानक दा थॉट
सब तो ज़्यादा रेलिवेंट है इस टाइम। हर एस्पैक्ट गुरु साहब ने कवर किया। वैल्यू अपने आप दे विच मैं पहले भी कहा कि बड़ी वास्ट टर्म है और बड़ी जनरल टर्म है। गुरु साहब ने इंडिविजुअल वैल्यू दी, सोशल वैल्यू दी, पोलिटिकल वैल्यू बेगमपुरा च दी, इकनॉमिक वैल्यू साढ़े सामने रखी। वर्ल्ड पार्लीमेंट ऑफ रिलीजन 1893 ਦੇ ਵਿੱਚ ਹੋਇਆ ਸੀ। उस टाइम ਉਹਦੀ थीम ਸੀ ਜਿਹਦੇ ਵਿੱਚ स्वामी विवेकानंद ने इंडिया ਨੂੰ रिप्रजेंट किया। उस टाइम ਉਹਦੀ थीम ਸੀ कि ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਧਰਮ ਦੀ ਗੱਲ ਕਰਨਗੇ, ਆਪਣੇ ਧਰਮ ਦੇ ਫਲਸਫੇ ਨੂੰ ਦੱਸਣਗੇ। ਉਸ ਤੋਂ ਬਾਅਦ ਉਹ 1993 ਦੇ ਵਿੱਚ ਹੋਇਆ। उस टाइम भी ਉਹਦੀ ਉਹੀ थीम ਸੀ कि डिफरेंट रिलीजन ਜਿਹਦੇ ਵਿੱਚ ਦਲਾਈ ਲਾਮਾ ਨੇ ਵੀ ਪਾਰਟਿਸਿਪੇਟ ਕੀਤਾ। बट कमिंग टू 2004 2007 ਉਹਦਾ ਫੋਕਸ ਬਦਲ ਗਿਆ। ਉਹਨੂੰ ਫੋਰਮ ਆਫ ਯੂਨੀਵਰਸਲ ਕਲਚਰਸ ਦੇ ਵਿੱਚ ਤਬਦੀਲ ਕੀਤਾ। ਉਹਦੇ ਵਿੱਚ ਜੋ ਵੀ ਪਾਰਟਿਸਿਪੈਂਟਸ ਹਨ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਗਲੋਬਲ ਐਥਿਕਸ ਥੀਮ ਦੇ ਉੱਪਰ ਬੋਲੋਗੇ, ਕਿਉਂਕਿ ਵੱਖ-ਵੱਖ ਕਲਚਰ ਦੇ ਲੋਕ ਜਿਹੜੇ ਉਹ ਉਹਨੇ ਇਕੱਠੇ ਰਹਿ ਰਹੇ ਐਂਡ ਦੇਰ ਇਜ਼ ਵਾਇਲੈਂਸ। ਜਦੋਂ ਧਰਮ ਦੇ ਨਾਮ 'ਤੇ ਵਾਇਲੈਂਸ ਹੁੰਦੀ ਹੈ ਅਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਇੰਡੀਵਿਜੂਅਲਸ ਦੇ ਵਿੱਚ ਉਹ ਵਾਇਲੈਂਸ ਡਿਵੈਲਪ ਹੋਏ, ਐਮੀਕੇਬਲੀ ਉਹ ਹਰ ਮੁਲਕ ਦੇ ਵਿੱਚ ਰਹਿ ਸਕਣ। ਗੁਣਾਂ ਨੂੰ ਗੁਰੂ ਸਾਹਿਬ ਨੇ ਬਹੁਤ ਫੋਕਸ ਦਿੱਤਾ। ਸਾਂਝ ਕੀਜੇ ਗੁਣਾ ਕੇਰੀ। ਹੁਣ ਅਸੀਂ ਵੈਲਿਊ ਸਿਸਟਮ ਦੇਖੀਏ। ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਕਿਵ ਸਚਿਆਰਾ ਹੋਈਏ, ऑनेस्टी और ट्रुथफुल लिविंग। इंडिविजुअल वैल्यू गुरु साहब ने दी है सानू, ये शरीर सब धर्म है। दूजा दिता उन्होंने सानू आचार विचार शरीर। धर्म दिस राइटियसनैस कि तुसी अपनी ड्यूटी नू परफॉर्म करोगे, लेकिन नाल ही उन्होंने सानू कलैक्टिव वैल्यू दी। जपजी साहब दे राती रुती थिती वार पवन पानी अग्नि पाताल तिस विच धरती थाप रखी धर्मसाल। ਇੱਥੇ ਜੋ ਕਲੈਕਟਿਵ ਵੈਲਿਊ ਹੈ ਕਿ ਅਸੀਂ ਸਾਰਿਆਂ ਨੇ ਹੀ ਰਾਈਟੀਅਸਨੈਸ ਨੂੰ ਪ੍ਰੈਕਟਿਸ ਕਰਨਾ। ਔਰ ਰਾਈਟੀਅਸਨੈਸ ਕਦੀ ਜੈਂਡਰ ਬੇਸ ਨਹੀਂ ਹੁੰਦੀ, ਔਰ ਰਾਈਟੀਅਸਨੈਸ ਜਿਹੜੀ ਹੈ ਉਹ ਕਦੀ ਕਮਿਊਨਿਟੀ ਬੇਸ ਨਹੀਂ ਹੁੰਦੀ ਕਿ ਇਹ ਸਿੱਖਾਂ ਦੀ ਰਾਈਟੀਅਸਨੈਸ ਹੈ ਔਰ ਹਿੰਦੂ ਦੀ ਰਾਈਟੀਅਸਨੈਸ ਇੱਕ ਡਿਸਿਪਲਿਨ ਹੈ, ਇੱਕ ਇਟਰਨਲ ਲਾਅ ਹੈ ਕਿ ਜਦੋਂ ਕੁਛ ਵੀ ਨਹੀਂ ਸੀ ਉਦੋਂ ਵੀ ਧਰਮ, ਉਦੋਂ ਵੀ ਉਹ ਡਿਸਿਪਲਿਨ ਔਰ ਰਾਈਟੀਅਸਨੈਸ ਸੀਗੀ। ਦੂਸਰਾ ਸਾਡੀ ਫੈਮਿਲੀ ਵੈਲਿਊ ਆਉਂਦੀ ਹੈ, ਘਰ ਘਰ ਅੰਦਰ ਧਰਮਸਾਲ ਹੋਏ ਕੀਰਤਨ ਸਦਾ ਵਸੋਵਾ। ਧਰਮਸਾਲ ਗੁਰਦੁਆਰੇ ਨੂੰ ਪਹਿਲੇ ਧਰਮਸਾਲ ਕਿਹਾ ਜਾਂਦਾ ਸੀ। ਤਾਂ ਗੁਰਦੁਆਰਾ ਇਸ ਅਸੀਂ ਉਹਨੂੰ ਕਹਾਂਗੇ ਕਿ ਸਪਿਰਿਚੁਅਲ ਯੂਨੀਵਰਸਿਟੀ, ਜਿੱਥੇ ਥਾਟ ਦੀ ਰਿਫਾਈਨਮੈਂਟ ਹੋਏਗੀ, ਜਿੱਥੇ ਇੰਟਲੈਕਟ ਦੀ ਰਿਫਾਈਨਮੈਂਟ ਹੋਏਗੀ। ਔਰ ਕੀਰਤਨ ਸਦਾ ਵਿਸੋਭਾ। ਕੀਰਤਨ ਇਜ਼ ਆਲਸੋ ਗਿਆਨ, ਪੂਰਾ ਨੌਲੇਜ ਹੈ। ਅਸੀਂ ਕੀਰਤਨ ਨੂੰ ਕਈ ਵਾਰ ਸਿਰਫ ਇੱਕ ਗਾਇਨ ਦੇ ਉਹਦੇ ਵਿੱਚ ਰੱਖ ਲਿਆ ਕਿ ਅਸੀਂ ਪਰਮਾਤਮਾ ਦੀ ਉਸਤਤ ਕਰ ਰਹੇ ਹਾਂ, ਲੇਕਿਨ ਅਗਰ ਕੀਰਤਨ ਨੂੰ ਅਸੀਂ ਪੌਂਡਰ ਕਰੀਏ, ਦੇਖੀਏ ਤਾਂ ਉਹ ਪੂਰੀ ਨੌਲੇਜ ਹੈ। ਵਿਵੇਕ ਬੁੱਧ ਦੋ ਟਰਮਸ गुरु ग्रंथ साहब दे विच हमेशा साइमल्टेनियसली यूज़ होंदियां, और ज्ञान और ध्यान दो टर्म्स हमेशा साइमल्टेनियसली यूज़ होंदियां। असी ध्यान नूं ले लैंदे आ कि असी उहदे विच ध्यान देना है या परमात्मा का ध्यान रखना है। ध्यान अपने आप दे विच 3 स्टेजिस नूं लैके आएगा। फर्स्ट जपजी साहब दे विच सुनना, दूसरा मनना उहदी रिफ्लैक्शन, और थर्ड स्टेज दे विच उहदी एप्लीकेशन। तो जिहड़ा ज्ञान गुरु साहब ने साडे सामने रखिया, ही सेज फिल्टर इट। ਤੁਸੀਂ ਉਹਨੂੰ ਰਿਫਲੈਕਟ ਕਰੋ, ਇੰਟਰੋਸਪੈਕਟ ਕਰੋ, ਔਰ ਉਸ ਤੋਂ ਬਾਅਦ ਜੋ ਚੀਜ਼ ਤੁਹਾਡੇ ਵਾਸਤੇ ਨਹੀਂ ਹੈ ਲੈਟ ਇਟ ਗੋ। ਹਰ ਨੌਲੇਜ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਨਹੀਂ ਲਿਆਉਣਾ। ਜਦੋਂ ਅਸੀਂ ਰਾਈਟੀਅਸਨੈਸ ਦੇਖਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦਾ ਵੈਲਿਊ ਸਿਸਟਮ ਜਿਹੜਾ ਹੈ ਮੋਟੀਵੇਟਿੰਗ ਹੈ, ਕ੍ਰੀਏਟਿਵ ਹੈ, ਗਤੀਸ਼ੀਲ ਹੈ। ਉਹਦੇ ਵਿੱਚੋਂ ਦੂਸਰੀ ਵੈਲਿਊਜ਼ ਫਲੋ ਕਰਦੀਆਂ ਹਨ ਅਤੇ ਸਾਡੇ ਅੰਦਰ ਆਏਗਾ ਕੰਪੈਸ਼ਨ, ਧੌਲ ਧਰਮ ਦਇਆ ਕਾ ਪੂਤ। ਜਿਹੜੀ ਦਇਆ ਹੈ, ਕੰਪੈਸ਼ਨ ਹੈ, ਦੈਟ ਕਵਰਸ ਹਿਊਮੈਨਿਟੀ। ਅਸੀਂ ਕੰਪੈਸ਼ਨ ਨੂੰ ਸਿਰਫ ਇੱਕ ਛੋਟੇ ਜਿਹੇ ਲੈਵਲ 'ਤੇ ਲੈ ਕੇ ਚੱਲ ਰਹੇ ਹਾਂ। ਕੰਪੈਸ਼ਨ ਇਜ਼ ਐਮਪੈਥਾਈਜ਼ ਕਰਨਾ, ਉਸ ਇਨਸਾਨ ਦੀ ਪੇਨ ਨੂੰ ਫੀਲ ਕਰਨਾ ਔਰ ਉਹਦੇ ਵਾਸਤੇ ਕੁਝ ਕਰਨਾ, ਸਟੈਪਸ ਚੁੱਕਣੇ, ਐਫਰਟ ਕਰਨੇ। ਦਇਆ ਤੋਂ ਬਾਅਦ ਕਰੇਜ ਦੀ ਗੱਲ, ਜਸਟਿਸ। ਜਿਸ ਟਾਈਮ ਤੁਹਾਡੇ ਅੰਦਰ ਦਇਆ ਆਏਗੀ, ਤੁਸੀਂ ਨੋਟਿਸ ਕਰਕੇ ਦੇਖੋ ਕਿ ਤੁਹਾਡੇ ਅੰਦਰ ਇਨਜਸਟਿਸ ਔਰ ਜਸਟਿਸ ਦੀ ਸਮਝ ਆਉਣੀ ਸਟਾਰਟ ਹੋ ਜਾਏਗੀ। तो ਜਿਹੜਾ ਜਸਟਿਸ ਦਾ ਕਨਸੈਪਟ ਗੁਰੂ ਸਾਹਿਬ ਨੇ ਰੱਖਿਆ ਕਿ ਜਸਟਿਸ ਵਾਸਤੇ ਵੀ ਤੁਹਾਨੂੰ ਕਰੇਜ ਚਾਹੀਦੀ ਹੈ। ਸੂਰਾ ਸੋ ਜੋ ਆਤਮ ਚੀਨੇ। ਤੁਸੀਂ ਆਪਣੀ ਇੰਟਰੋਸਪੈਕਸ਼ਨ ਪਹਿਲੇ ਕਰੋਗੇ, ਆਪਣਾ ਸੈਲਫ ਰਿਫਲੈਕਸ਼ਨ ਕਰੋਗੇ, ਉਸ ਤੋਂ ਬਾਅਦ ਤੁਸੀਂ ਫਿਰ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੈ ਦੋ ਥਾਟ। ਅੱਜ ਅਸੀਂ ਰੈਗਿੰਗ ਦੇਖੀਏ ਕਿ ਜਿਹੜੇ ਸਟੂਡੈਂਟਸ ਅਸੀਂ ਕਹਿ ਰਹੇ ਹਾਂ ਕਿ ਉਹ ਦੇ ਆਰ ਵੈਰੀ ਪਾਵਰਫੁਲ ਔਰ ਬੜੇ ਮੈਸਕੂਲਿਨ ਹਨ ਔਰ ਉਹਨਾਂ ਨੇ ਰੈਗਿੰਗ ਕੀਤੀ ਹੈ, that is not sign of power, that is in fact sign of weakness। भय काहू को देत है ना भय मानत आन। वैल्यू सिस्टम अगर असी देखिए जिहड़ा गुरु साहब ने साढ़े सामने रखिया, मन हाली किरसानी करनी, सरम पानी तन खेत, नाम बीज संतोख सुहागा, रख गरीबी वेस। ह्यूमिलिटी भी गुरु साहब ने, संतोख, कंटेंटमेंट, डिसिप्लिन, हर चीज़ नूं और एक
कबीर साहब की पंक्ति है, मन कर बैल सुरत कर पैंडा ज्ञान गुण पर डारी, कहत कबीर सुनो रे संतो निभी खेप हमारी। ਗਿਆਨ ਦਾ ਬੋਝ, ਉਹ ਕਹਿੰਦੇ ਮਨ ਨੂੰ ਇੱਕ ਬੈਲ ਸਮਝੋ, ਗਿਆਨ ਰੂਪੀ ਗੁਣ ਤੁਸੀਂ ਉਹਦੇ ਵਿੱਚ ਪਾਓ, ਸੁਰਤ ਕਰ ਪੈਂਡਾ ਤੁਹਾਡੀ ਅਵੇਅਰਨੈਸ ਜਿਹੜੀ ਹੈ ਉਹ ਰਸਤਾ ਹੈ। ਸੈਕਿੰਡ ਆਏਗੀ ਜੋ ਇਕਨੋਮਿਕ ਵੈਲਿਊਜ਼ ਗੁਰੂ ਸਾਹਿਬ ਨੇ, ਜੋ ਕੁਝ ਵੀ ਹੈ ਆਈ ਕੈਨੋਟ ਕਲੇਮ ਕਿ ਮੈਂ ਪੂਰਾ ਕੰਪਲੀਟ ਹੀ ਕਰ ਦਿੱਤਾ, ਦਿਸ ਇਜ਼ ਜਸਟ ਐਨ ਆਊਟਲਾਈਨ ਇਨਫੋਰਮੇਸ਼ਨ। ਜਦੋਂ ਤੁਸੀਂ ਖੁਦ ਪੜ੍ਹ ਕੇ ਦੇਖੋਗੇ ਯੂ ਵਿਲ ਰਿਅਲਾਈਜ਼ ਕਿ ਇੱਕ ਲਾਈਫ ਟਾਈਮ ਦੇ ਵਿੱਚ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਫਲਸਫਾ ਨਾ ਸਮਝ ਸਕਦੇ ਹੋ। ਡੇਲੀ ਉਸੀ ਪੰਕਤੀ ਦੇ ਨਵੇਂ ਅਰਥ ਸਾਡੇ ਸਾਹਮਣੇ ਆਉਣੇ ਸਟਾਰਟ ਹੋ ਜਾਂਦੇ ਨੇ। ਜਿਸ ਟਾਈਮ ਵੀ ਤੁਸੀਂ ਸੋਚੋਗੇ ਕਿ ਇਹ ਪੰਕਤੀ ਇੱਥੇ ਤੱਕ ਸੀਮਿਤ ਹੈ ਇਹਦਾ ਮਤਲਬ, ਲੇਕਿਨ ਯੂ ਫਾਈਂਡ ਕਿ ਉਹਦੇ ਵਿੱਚ ਇੱਕ ਨਵਾਂ ਅਰਥ ਸਾਡੇ ਸਾਹਮਣੇ ਆਉਂਦਾ। ਇਕਨੋਮਿਕਸ ਜਿਹੜਾ ਹੈ ਗ੍ਰੀਕ ਵਰਡ ਤੋਂ ਆਇਆ ਇਕੋਨੋਮੀਆ, ਜਿਹਦੇ ਦੋ ਮੀਨਿੰਗ ਹਨ। ਫਸਟ ਇਜ਼ ਕੇਅਰ ਐਂਡ ਮੈਨੇਜਮੈਂਟ, ਸੈਕਿੰਡ ਇਜ਼ ਵੇ ਆਫ ਇਨਹੈਬਿਟਿੰਗ ਦੀ ਵਰਲਡ ਐਜ਼ ਯੋਰ ਹੋਮ, ਕਿ ਤੁਸੀਂ ਵਰਲਡ 'ਚ ਆਪਣੇ ਘਰ ਸਮਝ ਕੇ ਤੁਸੀਂ ਕਿਸ ਤਰ੍ਹਾਂ ਰਹਿਣਾ। ਅੱਜ ਜੋ ਸਾਡੀ ਕੰਡੀਸ਼ਨ ਹੈ ਦੈਟ ਇਜ਼ ਇਕੋਨਮੀ ਵਰਸਿਸ ਹਿਊਮੈਨਿਟੀ, ਵੇਅਰਐਜ਼ ਗੁਰੂ ਸਾਹਿਬ ਨੇ ਜੋੜਿਆ ਸੀ ਇਕੋਨਮੀ ਨੂੰ ਮੋਰਾਲਿਟੀ ਦੇ ਨਾਲ। ਕਲਾਮ ਦੀ ਇੱਕ ਬੁੱਕ ਆਈ ਹੈ ਟਾਰਗੇਟ 3 ਬਿਲੀਅਨ, ਉਹਦੇ ਵਿੱਚ ਹੀ ਸੇਜ਼ ਕਿ 7 ਬਿਲੀਅਨ ਪੋਪੂਲੇਸ਼ਨ ਟੋਟਲ ਹੈ, ਜਿਹਦੇ ਵਿੱਚੋਂ 3 ਬਿਲੀਅਨ ਅਨਟੈਪਡ ਪੋਟੈਂਸ਼ੀਅਲ ਹੈ, ਅੰਡਰ ਯੂਟੀਲਾਈਜੇਸ਼ਨ ਹੈ, ਔਰ ਜਿਹੜਾ ਬਿਲੋ ਪਾਵਰਟੀ ਲਾਈਨ ਰਹਿ ਰਿਹਾ। ਜੋ ਗੁਰੂ ਸਾਹਿਬ ਦੀ ਇਕਨੋਮਿਕ ਵੈਲਿਊਜ਼ ਹਨ ਉਹਨਾਂ ਨੇ ਸਾਨੂੰ ਨੀਡ ਔਰ ਗਰੀਡ ਦਾ ਫਲਸਫਾ ਦੱਸਿਆ ਕਿ ਗਰੀਡ ਨਹੀਂ ਕਰਨੀ ਹੈ, ਜੋ ਨੀਡ ਬੇਸਡ ਹੈ ਉਹ ਅਸੀਂ ਲੈਣਾ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਫੋਰਬਸ ਦੀ ਲਿਸਟ ਦੇ ਵਿੱਚ ਟੌਪ 10 ਜਿਹੜੇ ਨੰਬਰਸ ਆ ਜਾਂਦੇ ਨੇ ਰਿਚੈਸਟ ਮੈਨ, ਉਹਦੇ ਵਿੱਚ ਇੰਡੀਅਨਸ ਦੇ ਨਾਮ ਹਨ। ਲੇਕਿਨ ਨਾਲ ਹੀ ਅਗਰ ਅਸੀਂ ਦੇਖੀਏ 80% ਜਿਹੜੀ ਵੈਲਥ ਹੈ ਵਰਲਡ ਦੀ, ਉਹ ਵਰਲਡ ਦੇ 20% ਲੋਕਾਂ ਕੋਲ ਮੌਜੂਦ ਹੈ। ਤਾਂ 9% ਇਕੋਨਮੀ ਔਰ ਇੰਡੀਆ ਸ਼ਾਈਨਿੰਗ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਆਈ ਹੈਵ ਸੀਨ ਪੀਪਲ, ਆਈ ਹੈਵ ਮੈਟ ਪੀਪਲ ਜਿਨ੍ਹਾਂ ਨੇ ਹਿਊਮਨ ਟੋਇਲਟ ਵੀ ਖਾਈ ਹੈ ਆਪਣਾ ਪੇਟ ਭਰਨ ਵਾਸਤੇ। ਬੈਂਗਲੋਰ ਦੇ ਵਿੱਚ ਦੇ ਆਰ ਬੈਗਰਸ, ਔਰ ਇੱਕ ਆਰਗੇਨਾਈਜੇਸ਼ਨ ਉਹਨਾਂ ਦੇ ਨਾਲ ਕੰਮ ਕਰ ਰਹੀ ਹੈ। ਦੇ ਟੋਲਡ ਮੀ ਕਿ ਇੱਕ 5 ਸਟਾਰ ਦੇ ਵਿੱਚ ਖਾਣਾ ਚੱਲ ਰਿਹਾ ਸੀ, ਕ੍ਰਿਸਮਸ ਪਾਰਟੀ, ਤੋ ਦੇ ਸੈਡ ਕਿ ਜੋ ਖਾਣਾ ਤੁਸੀਂ ਪਲੇਟਾਂ ਦੇ ਵਿੱਚ ਸੁੱਟ ਦੋਗੇ, ਯੂ ਗਿਵ ਦੈਟ ਟੂ ਅਸ, ਅਸੀਂ ਇਹਨਾਂ ਨੂੰ ਫੀਡ ਕਰ ਦਾਂਗੇ। ਦੇ ਰਿਫਿਊਜ਼ਡ, ਉਹ ਖਾਣਾ ਉਹਨਾਂ ਨੇ ਡਸਟਬਿਨ ਦੇ ਵਿੱਚ ਸੁੱਟ ਦਿੱਤਾ, ਲੇਕਿਨ ਸ਼ੇਅਰ ਨਹੀਂ ਕੀਤਾ। ਤੋ ਗੁਰੂ ਸਾਹਿਬ ਨੇ ਜੋ ਫਲਸਫਾ ਸਾਨੂੰ ਦਿੱਤਾ ਹੋਇਆ, ਅੱਜ ਅਸੀਂ ਫਿਲੈਂਥਰੋਪੀ ਦੀ ਗੱਲ ਕਰ ਰਹੇ ਹਾਂ, ਲੇਕਿਨ ਉਹ ਫਿਲੈਂਥਰੋਪੀ ਜੋ ਸ਼ੇਅਰਿੰਗ ਹੈ ਉਹ ਸਾਨੂੰ ਗੁਰੂ ਸਾਹਿਬ ਨੇ ਦੱਸੀ ਹੈ ਕਿ ਅਸੀਂ ਕਿਸ ਤਰ੍ਹਾਂ ਸ਼ੇਅਰ ਕਰਨੀ ਹੈ। ਲੰਗਰ, ਸੰਗਤ, ਪੰਗਤ, ਇਹ ਤਿੰਨੋਂ ਜਿਹੜੇ ਇੰਸਟੀਟਿਊਸ਼ਨ ਸਨ ਉਹ ਗੁਰੂ ਸਾਹਿਬ ਨੇ ਇਸੇ ਕਰਕੇ ਕੀਤੇ ਸਨ ਕਿ ਮੋਰਲੀ ਅਸੀਂ ਲੋਕ ਅਵੇਅਰ ਹੋ ਸਕੀਏ। ਹੋਰਡਿੰਗ ਮੈਂਟੈਲਿਟੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਹੋਰਡਿੰਗ ਮੈਂਟੈਲਿਟੀ ਨਹੀਂ ਹੋਣੀ ਚਾਹੀਦੀ, ਜਿੰਨਾ ਤੁਹਾਡੀ ਜ਼ਰੂਰਤ ਹੈ ਉਹਨੂੰ ਤੁਸੀਂ ਰੱਖੋ। ਇਨਰ ਐਨਰਿਚਮੈਂਟ, ਜਿਹੜੀ ਸਾਡੀ ਬਾਹਰ ਦੀ ਪ੍ਰੋਸਪੈਰਿਟੀ ਦੀ ਅਸੀਂ ਗੱਲ ਕਰ ਰਹੇ ਹਾਂ, ਅੱਜ ਅਸੀਂ ਸ਼ੋਬਾਜ਼ੀ ਜ਼ਿਆਦਾ ਕਿ ਮੇਰੇ ਕੋਲ ਕਾਰ ਹੋਣੀ ਚਾਹੀਦੀ ਹੈ, ਅੱਛੀ ਡਰੈਸਿਸ ਹੋਣੀਆਂ ਚਾਹੀਦੀਆਂ, ਵਿਚ ਇਜ਼ ਨਾਟ ਬੈਡ, ਆਈ ਐਮ ਨਾਟ ਕੰਡੈਮਿੰਗ ਇਟ, ਅੱਛੇ ਮਕਾਨ ਹੋਣੇ ਚਾਹੀਦੇ, ਲੇਕਿਨ ਇੰਟਰਨਲ ਅਗਰ ਅਸੀਂ ਆਪਣਾ ਇਨਰ ਦੇਖੀਏ ਤਾਂ ਅਸੀਂ ਉਨੇ ਐਨਰਿਚਡ ਹਾਂ ਹੀ ਨਹੀਂ ਤਾਂ ਸਾਡੇ ਸਾਹਮਣੇ ਇੰਨਾ ਕੁਛ ਹੋ ਜਾਏ, ਜਾਂ ਲੋਕ ਭੁੱਖੇ ਸੋ ਰਹੇ ਹੋਣ, ਜਾਂ ਮੈਂ ਫਲਾਈਓਵਰਸ ਦੇ ਨੀਚੇ ਛੋਟੇ ਬੱਚੇ ਦੇਖੇ ਜਿਹੜੇ ਅਖਬਾਰਾਂ ਲਪੇਟ ਕੇ ਸੋ ਰਹੇ, ਔਰ ਅਸੀਂ ਆਪਣੇ ਆਪ ਨੂੰ ਜਿਹੜਾ ਬਹੁਤ ਜ਼ਿਆਦਾ ਮੋਰਲੀ ਸਟਰੋਂਗ ਔਰ ਸਪਿਰਿਚੁਅਲ ਕੰਟਰੀ ਮੰਨ ਰਹੇ ਹਾਂ, ਉਹਦੇ ਵਿੱਚ ਮੈਂ ਐਸੇ ਬੱਚੇ ਦੇਖੇ ਜਿਨ੍ਹਾਂ ਨੇ ਪਾਈਪਸ, ਪਾਣੀ ਦੀ ਪਾਈਪਸ ਹਨ ਖਾਲੀ, ਉਹਨਾਂ ਦੇ ਵਿੱਚ ਉਹ ਸੁੱਤੇ ਹੋਏ। ਸੋ ਸਾਡੇ ਅੰਦਰ ਇਹ ਜਿਹੜੀ ਅਵੇਅਰਨੈਸ ਹੈ ਜਿਹੜੀ ਅਸੀਂ ਸਵਾ ਚੁੱਕੇ ਹਾਂ, ਇਸ ਅਵੇਅਰਨੈਸ ਨੂੰ ਵੀ ਸਾਨੂੰ ਜਗਾਉਣ ਦੀ ਲੋੜ ਹੈ। ਵੈਲਿਊ ਆਪਣੇ ਆਪ ਦੇ ਵਿੱਚ ਸਿਰਫ ਮਾਈਂਡ ਦੇ ਲੈਵਲ ਦੇ ਉੱਤੇ ਕੰਮ ਨਹੀਂ ਕਰੇਗੀ, ਸਾਨੂੰ ਮਾਈਂਡ ਦੇ ਲੈਵਲ ਦੇ ਉੱਤੇ, ਹਾਰਟ ਦੇ ਲੈਵਲ ਦੇ ਉੱਤੇ, ਹੈਂਡ ਦੇ ਲੈਵਲ ਦੇ, ਇਸ ਕਰਕੇ IQ, EQ ਐਂਡ SQ। ਨਾਓ ਇਕੋਨਮੀ ਨੂੰ ਗੁਰੂ ਸਾਹਿਬ ਨੇ ਰੱਖਿਆ ਕੋਲੈਬੋਰੇਸ਼ਨ ਦੇ ਉੱਪਰ ਐਂਡ ਕੋਆਪਰੇਸ਼ਨ ਦੇ ਉੱਤੇ, ਲੇਕਿਨ ਅਸੀਂ ਕੋਲੈਬੋਰੇਸ਼ਨ ਐਂਡ ਕੋਆਪਰੇਸ਼ਨ ਸਾਡੇ ਸਾਹਮਣੇ ਰਿਸ਼ਤਿਆਂ ਦੇ ਵਿੱਚ ਵੀ ਨਹੀਂ ਹੈ, ਤੇ ਬਾਹਰ ਅਸੀਂ ਕਿਹਨੂੰ ਕਹਿ ਸਕਦੇ ਹਾਂ। ਦੈਨ ਪੋਲੀਟੀਕਲ ਵੈਲਿਊ, ਇੱਕ ਨਾਗਰਿਕ ਕੈਸਾ ਹੋਣਾ ਚਾਹੀਦਾ, ਇੱਕ ਸ਼ਹਿਰ ਕੈਸਾ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਬੇਗਮਪੁਰਾ ਦੀ ਗੱਲ ਕੀਤੀ ਹੈ। ਦਿਸ ਇਜ਼ ਨਾਟ ਇਮੈਜੀਨੇਸ਼ਨ, ਅਸੀਂ ਲੋਕ ਪਹਿਲੇ ਹੀ ਕਹਿ ਦਿੰਦੇ ਹਾਂ ਕਿ ਇਹ ਤਾਂ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ। ਬੜੀ ਡਿਪਲੋਮੈਟਿਕ ਵੈਲਿਊਜ਼ ਗੁਰੂ ਸਾਹਿਬ ਨੇ ਇਹਦੇ ਵਿੱਚ ਦਿੱਤੀਆਂ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ। ਤੁਹਾਨੂੰ ਇੱਕ ਫਰੀਡਮ ਹੈ ਕਿ ਤੁਸੀਂ ਜਿੱਥੇ ਮਰਜ਼ੀ ਮੂਵ ਕਰੋ, ਲੇਕਿਨ ਅੱਜ ਅਸੀਂ ਇਸ ਫਰੀਡਮ ਨੂੰ, ਇਹ ਤਾਂ ਇੱਕ ਅਸੈਂਸ਼ੀਅਲ ਫਰੀਡਮ ਹੈ, ਲੇਕਿਨ ਸਾਡੇ ਕੋਲ ਇਹ ਅਸੈਂਸ਼ੀਅਲ ਫਰੀਡਮ ਵੀ ਨਹੀਂ ਹੈ। ਰੂਲਰ ਕੈਸਾ ਹੋਣਾ ਚਾਹੀਦਾ, ਮਹਿਰਮ ਮਹਿਲ ਨਾ ਕੋ ਅਟਕਾਵੇ, ਕਾਇਮ ਦਾਇਮ ਸਦਾ ਬਾਦਸ਼ਾਹੀ। ਲੇਕਿਨ ਅੱਜ ਟੁਡੇ ਅਗਰ ਅਸੀਂ ਦੇਖੀਏ, ਅੱਜ ਅਸੀਂ ਕਹਿ ਰਹੇ ਹਾਂ ਕਿ ਸਾਡੇ ਲੀਡਰਸ ਨੇ ਸਵੇਰੇ ਸਵੇਰੇ ਆ ਕੇ ਬਿਆਨ ਦੇ ਦਿੱਤੇ ਆਫਟਰ ਹਰ ਡੈਥ, ਲੇਕਿਨ ਉਸ ਟਾਈਮ ਅਕਾਊਂਟੇਬਲ ਕੌਣ ਸੀ?
ਨਾ ਪੁਲਿਸ ਅਕਾਊਂਟੇਬਲ ਸੀ, ਨਾ ਗਵਰਨਰ ਸਾਡੇ ਕੋਲ ਅਵੇਲੇਬਲ ਸੀ, ਨਾ ਕੋਈ ਮਿਨਿਸਟਰ ਅਕਾਊਂਟੇਬਲ ਸੀ। ਤੋ ਅਕਾਊਂਟੇਬਲ ਹੋਣਾ ਵਿਚਾਰ ਦੀ, ਅਗਰ ਅਸੀਂ ਹੁਣ ਸਮ ਅਪ ਕਰੀਏ ਐਜੂਕੇਸ਼ਨ ਦਾ ਸਿਸਟਮ, ਵਿਚਾਰ ਦੇ ਉੱਪਰ ਗੁਰੂ ਸਾਹਿਬ ਨੇ ਇੰਪੋਰਟੈਂਸ ਦਿੱਤੀ ਹੈ। ਵਿਚਾਰ ਉਸ ਤੁਸੀਂ ਇੰਟਰੋਸਪੈਕਟ ਵੀ ਕਰੋਗੇ, ਅਸੀਂ ਸਾਰੇ ਲੋਕ ਕਹਿ ਦਿੰਦੇ ਹਾਂ ਕਿ ਵਿਚਾਰ ਅਸੀਂ ਕਰ ਰਹੇ ਹਾਂ, ਲੇਕਿਨ ਵਿਚਾਰ ਤੁਸੀਂ ਕਿਸੇ ਵਾਸਤੇ ਨਹੀਂ ਕਰਨਾ, ਡੂ ਇਟ ਫॉर योर ओन सेल्फ। कुदरत वेद पुराण कतेबा कुदरत सरब विचारो। ਜਦੋਂ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਫਲਸਫਾ ਰੱਖਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਅਸੀਂ ਇਹਦੀ ਇੰਟਰਪ੍ਰੀਟੇਸ਼ਨ ਕਰ ਰਹੇ ਹਾਂ ਕਿ ਵੀ ਜਦੋਂ ਜਿਹੜੀ ਵਿਦਿਆ ਨੂੰ ਅਗਰ ਅਸੀਂ ਵਿਚਾਰਨਾ ਹੈ ਤਾਂ ਫਿਰ ਅਸੀਂ ਪਰਉਪਕਾਰ ਔਰ ਸਰਵਿਸ ਕਰਨਾ ਹੈ। ਵਿਦਿਆ ਦਾ ਵਿਚਾਰ ਉਸੇ ਟਾਈਮ ਸ਼ੁਰੂ ਹੋ ਜਾਏਗਾ ਜਦ ਪੇਰੈਂਟਸ ਆਪਣੇ ਬੱਚਿਆਂ ਨੂੰ ਨਰਸਰੀ ਸਕੂਲ 'ਚ ਭੇਜ ਦੇਣ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ। ਉਹਨਾਂ ਨੂੰ ਤੁਸੀਂ ਇੱਕ ਇੰਡੀਵਿਜੂਅਲ ਬਣਾਓਗੇ ਜਾਂ ਸਿਰਫ ਇੱਕ ਡਾਕਟਰ ਇੰਜੀਨੀਅਰ ਬਣਾਉਣਾ ਹੈ, ਲੇਕਿਨ ਉਹਨਾਂ ਦੇ ਅੰਦਰ ਸਿਵਿਕ ਸੈਂਸ ਭਰਨਾ ਉਹ ਵੀ ਤੁਹਾਡੀ ਜ਼ਰੂਰਤ ਹੈ। ਪੜ੍ਹਿਆ ਬੂਝੇ ਸੋ ਪਰਵਾਨ। ਗੁਰੂ ਸਾਹਿਬ ਸਾਡੇ ਸਾਹਮਣੇ ਐਜੂਕੇਸ਼ਨ ਦਾ ਉਹ ਫਲਸਫਾ ਰੱਖ ਰਹੇ ਨੇ ਕਿ ਜੋ ਅਸੀਂ ਪੜ੍ਹਨੇ ਹਾਂ ਉਹਦੇ ਉੱਤੇ ਪੌਂਡਰ ਵੀ ਕਰੀਏ। ਨੌਲੇਜ ਤਾਂ ਸਾਡੇ ਕੋਲ ਹਰ ਤਰਫੋਂ ਹੀ ਆ ਰਹੀ ਹੈ, ਸੋਸ਼ਲ ਨੈਟਵਰਕਿੰਗ ਸਾਈਟ, ਯੂਟਿਊਬ, ਗੂਗਲ, ਹਰ ਪਾਸੋਂ ਇੱਕ ਕਲਿੱਕ ਦੇ ਉੱਤੇ ਸਾਡੇ ਸਾਹਮਣੇ ਨੌਲੇਜ ਹੈ। ਲੇਕਿਨ ਇਟ ਡਿਪੈਂਡਸ। ਜੇ ਕ੍ਰਿਸ਼ਨਾ ਮੂਰਤੀ ਇੱਕ ਸਕੋਲਰ ਹੋਏ, ਫਿਲੋਸਫਰ ਹੋਏ, ਨਾਓ ਹੀ ਇਜ਼ no more. He says the purpose of education is to see that when the child leaves the school, he is well established in goodness, both outwardly and inwardly. ਉਹਦੀ ਜਿਹੜੀ ਗੁੱਡਨੈਸ ਹੈ ਆਊਟਵਰਡ ਤੇ ਦਿਖੇਗੀ, ਆਊਟਵਰਡ ਤੇ ਅਸੀਂ ਸਾਰੇ ਐਜ਼ ਪੇਰੈਂਟਸ ਐਜ਼ ਐਲਡਰਸ ਕਰਦੇ ਰਹਿੰਦੇ ਹਾਂ, ਬਟ ਇਨਵਰਡ ਗੁੱਡਨੈਸ ਔਰ ਬਿਫੋਰ ਹੀ ਲੀਵ ਸਕੂਲ ਸਾਡੇ ਵਾਸਤੇ ਦੇਖਣਾ ਹੈ ਜ਼ਰੂਰੀ ਹੈ। ਅਸੀਂ ਸ਼ਬਦ ਗੁਰੂ ਦੀ ਗੱਲ, ਮੈਂ ਆਪਣੀ ਗੱਲ ਉੱਥੇ ਖ਼ਤਮ ਕਰਾਂਗੀ ਜਿੱਥੇ ਸ਼ਬਦ ਗੁਰੂ ਦੀ ਗੱਲ ਅਸੀਂ ਕੀਤੀ ਸੀ। ਸ਼ਬਦ ਇੱਕ ਚੇਤਨਾ ਹੈ। ਇੱਕ ਚੇਅਰਮੈਨ ਸਰ ਸਾਡੇ ਨਾਲ ਹਮੇਸ਼ਾ ਇੱਕ ਇਨਸੀਡੈਂਟ ਸ਼ੇਅਰ ਕਰਦੇ ਨੇ ਕਿ ਇੱਕ ਮਿਨਿਸਟਰ ਨੇ ਕਿਹਾ ਕਿ ਆਈ ਕੈਨ ਨਾਟ ਰੀਡ ਗੁਰੂ ਗ੍ਰੰਥ ਸਾਹਿਬ, ਆਈ ਕੈਨ ਨਾਟ ਅੰਡਰਸਟੈਂਡ ਗੁਰੂ ਗ੍ਰੰਥ ਸਾਹਿਬ, ਹਾਊ ਗੁਰੂ ਗ੍ਰੰਥ ਸਾਹਿਬ ਕੈਨ ਬੀ ਮਾਈ ਗੁਰੂ। ਤੋ ਯੂਨੀਵਰਸਲ ਥਾਟ ਹੈ, ਅਸੀਂ ਸਾਰੇ ਜਾਣਦੇ ਹਾਂ ਸ਼ਬਦ ਇੱਕ ਚੇਤਨਾ ਹੈ। ਸਰਬ ਸ਼ਬਦਮ ਏਕ ਸ਼ਬਦਮ। ਸਭ ਹਰ ਇਨਸਾਨਾਂ ਦੇ ਅੰਦਰ ਸ਼ਬਦ ਇੱਕ ਚੇਤਨਾ ਦੇ ਰੂਪ 'ਤੇ, ਲਿਵਿੰਗ ਫੋਰਸ ਦੇ ਰੂਪ 'ਤੇ, ਮੋਟੀਵੇਸ਼ਨ, ਡਰਾਈਵਿੰਗ ਕਪੈਸਿਟੀ ਦੇ ਰੂਪ ਦੇ ਵਿੱਚ ਵਰਤ ਰਿਹਾ, ਰਿਗਾਰਡਲੈਸ ਆਫ ਜੈਂਡਰ। ਇੱਥੇ ਮੇਲ ਔਰ ਫੀਮੇਲ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੈ, ਇੱਥੇ ਕਮਿਊਨਿਟੀ ਨਹੀਂ ਹੈ ਕਿ ਸਿੱਖ ਕਮਿਊਨਿਟੀ ਦੇ ਅੰਦਰ ਸ਼ਬਦ ਵਰਤ ਰਿਹਾ ਔਰ ਦੂਸਰੀ ਕਮਿਊਨਿਟੀਜ਼ ਦੇ ਅੰਦਰ ਨਹੀਂ। ਸਾਡਾ ਜੋ ਬਿਹੇਵੀਅਰ ਹੈ, ਸਾਡਾ ਥਾਟ ਪ੍ਰੋਸੈਸ ਹੈ, ਸਾਡਾ ਵੇ ਆਫ ਲਾਈਫ ਇੰਨਾ ਇੰਸਪਾਇਰਿੰਗ ਹੋਣਾ ਚਾਹੀਦਾ ਹੈ। ਵੇ ਆਫ ਹੈਂਡਲਿੰਗ ਥਿੰਗ ਸਾਡਾ ਇਸ ਤਰ੍ਹਾਂ ਇੰਸਪਾਇਰਿੰਗ ਹੋਣਾ ਚਾਹੀਦਾ ਹੈ ਕਿ ਦੁਨੀਆ ਮੋਟੀਵੇਟ ਹੋਏ ਉਸ ਫਲਸਫੇ ਨੂੰ ਪੜ੍ਹਨ ਲਈ, ਉਸ ਫਲਸਫੇ ਨੂੰ ਆਪਣੀ ਲਾਈਫ ਵਿੱਚ ਅਪਣਾਉਣ ਲਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਗੁਰੂ ਸੁਰਤਦੁਨ ਚੇਲਾ। ਥੈਂਕ ਯੂ। ਧੰਨਵਾਦ ਭਾਵਨਾ ਮਲਿਕ ਜੀ। ਇਹ ਕਿਉਂਕਿ ਪਹਿਲਾ ਲੈਕਚਰ ਸੀ ਸਾਡਾ, ਫਸਟ ਟਾਈਮ ਅਸੀਂ ਇੰਟਰੋਡਿਊਸ ਕੀਤਾ, ਇਹਨਾਂ ਨੇ ਬੜੇ ਹੀ ਵਧੀਆ ਢੰਗ ਨਾਲ ਇਸ ਐਜੂਕੇਸ਼ਨ, ਕੰਸੈਪਟ ਆਫ ਐਜੂਕੇਸ਼ਨ ਇਨ ਗੁਰੂ ਗ੍ਰੰਥ ਸਾਹਿਬ ਦੀ ਗੱਲ। ਔਰ ਐਜੂਕੇਸ਼ਨ ਨੂੰ ਜਦੋਂ ਅਸੀਂ ਕਹਿੰਦੇ ਹਾਂ ਤਾਂ ਜਿਹੜੀ ਉਹ ਐਜੂਕੇਸ਼ਨ ਹੀ ਬੇਕਾਰ ਹੈ ਜਿਹਦੇ 'ਚ ਵੈਲਿਊ ਸਿਸਟਮ ਨਹੀਂ ਹੋਏ। ਜਿਸ ਡਾਕਟਰ ਦੇ ਵਿੱਚ ਹਮਦਰਦੀ ਨਹੀਂ ਹੋਏਗੀ ਮਰੀਜ਼ ਨਾਲ, ਉਹ ਕਿੰਨਾ ਕੁ ਡਾਕਟਰ ਉਸ ਦਾ ਭਲਾ ਕਰ ਪਾਏਗਾ। ਬੜੀ ਸੁੰਦਰ ਇੱਕ ਲਾਈਨ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਤੋ ਇਹ ਜਿਹੜਾ ਜਿੰਨੀ ਮਰਜ਼ੀ ਮਾਨਸ ਜਾਤ ਵਿੱਚ ਐਜੂਕੇਸ਼ਨ ਆ ਜਾਏ, ਲੇਕਿਨ ਜੇਕਰ ਵੈਲਿਊਜ਼ ਨਹੀਂ ਹੈ ਤਾਂ ਫਿਰ ਉਹ ਪਸ਼ੂਆਂ ਬਰਾਬਰ ਹੀ ਹੈ। ਅਤੇ ਜਿਹੜੀ ਇੱਕ ਗੱਲ ਇਹਨਾਂ ਨੇ ਕੀਤੀ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਅਸੀਂ ਉਸ ਨੂੰ ਮੁਤਾਲਿਆ ਕਰੀਏ ਤਾਂ ਕਮਾਲ ਦੀ ਗੱਲ ਤਾਂ ਹੈ ਕਿ ਗੁਰੂ ਸਾਹਿਬ ਨੇ ਜਿੱਥੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਇੰਡੀਵਿਜੂਅਲ ਦੀ, ਸਮਾਜ ਕਿਹੋ ਜਿਹਾ ਹੋਣਾ ਚਾਹੀਦਾ, ਇਕਨੋਮਿਕ ਵੈਲਿਊਜ਼ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ। ਹੁਣ ਵੰਡ ਛਕੋ ਦੀ ਜਿਹੜੀ ਗੱਲ ਹੈ, ਸਿਰਫ ਲੰਗਰ ਹੀ ਵੰਡ ਨਹੀਂ ਛਕਣਾ, ਵਿਚਾਰ, ਵੈਲਿਊਜ਼, ਕਦਰਾਂ ਕੀਮਤਾਂ, ਇਹ ਸਾਰੀਆਂ ਵੰਡ ਛਕਣੀਆਂ ਨੇ। ਤੋ ਰਾਜੇ ਕਿਹੋ ਜਿਹੇ ਹੋਣੇ ਚਾਹੀਦੇ ਨੇ, ਆਵਾਮ ਕਿਹੋ ਜਿਹਾ ਹੋਣਾ ਚਾਹੀਦਾ ਹੈ, ਆਵਾਮ ਅਵੇਅਰ ਹੋਣਾ ਚਾਹੀਦਾ। ਰਾਜਾ ਉਹ ਹੋਣਾ ਚਾਹੀਦਾ ਜਿਹਨੂੰ ਆਪਣੀ ਪ੍ਰਜਾ ਦਾ ਸਾਰਾ ਦੁੱਖ ਔਰ ਪ੍ਰਜਾ ਦੀ ਜਿੰਨੀਆਂ ਕਦਰਾਂ ਕੀਮਤਾਂ ਨੇ ਉਸ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤੋ ਇੱਕ ਗੱਲ ਮੈਂ ਇੱਥੇ ਖ਼ਤਮ ਕਰਾਂਗਾ ਕਿ ਜਿੱਥੇ ਵੈਲਿਊ ਸਿਸਟਮ ਦੀ ਗੱਲ ਹੋਣੀ ਚਾਹੀਦੀ ਹੈ, ਉੱਥੇ ਸਾਨੂੰ ਆਰਟ ਆਫ ਲਰਨਿੰਗ ਜਿਹੜੀ ਹੈ ਯੂਨਿਟੀ ਦੀ, ਉਹ ਬੜੀ ਜ਼ਰੂਰੀ ਹੈ। ਇੱਕ ਛੋਟੀ ਜਿਹੀ ਗੱਲ ਸੁਣਾ ਕੇ ਕਿ ਇੱਕ ਬੜੀ ਇਤਿਹਾਸਕ ਗੱਲ ਹੈ ਕਿ ਕਿਸੇ ਜੰਗ ਦੇ ਵਿੱਚ ਕੋਈ ਪਾਣੀ ਦੇ ਲਈ ਮਰ ਰਿਹਾ ਸੀ, ਪਾਣੀ ਕਰ ਰਿਹਾ ਸੀ, ਅਤੇ ਉਹ ਪਾਣੀ ਪਿਲਾਉਣ ਵਾਲਾ ਆਇਆ
ਤੇ ਇਹਨੇ ਦੂਸਰੇ ਪਾਸੋਂ ਆਵਾਜ਼ ਆ ਗਈ ਕਿ ਮੈਨੂੰ ਪਾਣੀ ਚਾਹੀਦਾ, ਮੈਂ ਮਰ ਜਾਵਾਂਗਾ। ਔਰ ਜਿਹੜਾ ਪਹਿਲੇ ਜਿਸਨੇ ਪਾਣੀ ਮੰਗ ਰਿਹਾ ਸੀ ਉਸਨੇ ਕਿਹਾ ਨਹੀਂ, ਮੇਰੇ ਨਾਲ ਉਹਨੂੰ ਸ਼ਾਇਦ ਜ਼ਰੂਰਤ ਹੈ, ਤੂੰ ਉੱਥੇ ਜਾ। ਉੱਥੇ ਗਿਆ ਤੇ ਇਸ ਤਰ੍ਹਾਂ ਅੱਗੋਂ ਹੋਰ ਕਿਸੇ ਨੇ ਕਿਹਾ ਤੇ ਇਸ ਤਰ੍ਹਾਂ 4-5 ਜਗ੍ਹਾ 'ਤੇ ਹੋ ਗਿਆ। ਜਦੋਂ 5ਵੀਂ ਵਾਰ ਗਿਆ ਤੇ ਜਦ ਤੱਕ ਉਹ ਪਾਣੀ ਪਹੁੰਚਦਾ ਉਹ ਮਰ ਚੁੱਕਿਆ ਸੀ। ਉਹ ਚੌਥੇ ਕੋਲ ਆਇਆ, ਉਹ ਵੀ ਮਰ ਚੁੱਕਿਆ ਸੀ, ਤੀਜਾ ਵੀ, ਦੂਜਾ ਵੀ, ਪਹਿਲਾ ਵੀ। ਤਾਂ ਇਹ ਹੈ ਸੈਂਸ ਆਫ, ਕਹਿੰਦੇ ਨਾ ਕਿ ਕਿਸੇ ਲਈ ਕੰਸਰਨਿੰਗ। ਇਹ ਗੱਲ ਜਿਹੜੀ ਹੈ, ਇਸ ਤੋਂ ਜਿਹੜੀ ਆਰਟ ਆਫ ਲਰਨਿੰਗ ਜਿਹੜੀ ਗੱਲ ਹੈ, ਇਹ ਸਾਨੂੰ ਸਿੱਖਣ ਦੀ ਜ਼ਰੂਰਤ ਹੈ। ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪਹਿਲੇ ਫੈਮਿਲੀ 'ਚੋਂ, ਆਪਣੇ ਘਰ, ਆਪਣੇ ਪਰਿਵਾਰ 'ਚੋਂ ਵੈਲਿਊਜ਼ ਦੇਈਏ, ਉਹ ਫਿਰ ਸਕੂਲਾਂ ਵਿੱਚ। ਇਹ ਬੜੀ ਇੱਕ ਵੱਡੀ ਗੱਲ ਹੈ ਜਿਹੜੀ ਭਾਵਨਾ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਨੂੰ ਜਿਹੜਾ ਸਕੂਲਾਂ ਤੋਂ ਜਿਹੜਾ ਪੂਰੇ ਐਜੂਕੇਸ਼ਨ ਸਿਸਟਮ ਨੂੰ ਚੇਂਜ ਕਰਨਾ ਪਏਗਾ। ਔਰ ਫਿਰ ਉਸ ਤੋਂ ਬਾਅਦ ਸਮਾਜ ਵਿੱਚ ਜਾ ਕੇ, ਔਰ ਜਦੋਂ ਅਸੀਂ ਘਰਾਂ ਤੋਂ ਵੈਲਿਊ ਦੇ ਦਿਆਂਗੇ, ਮੈਂ ਨਹੀਂ ਸਮਝਦਾ ਕਿ ਫਿਰ ਅੱਗੇ ਬੱਚਾ ਕਿੱਥੇ ਕੋਈ ਇਸ ਗੱਲ ਤੋਂ ਦੂਰ ਹੋ ਜਾਏਗਾ।